बुलेटिन च तुहाडा स्वागत है। नज़र मारदे हां अज दीयां खास खबरां ते। अज गुरदासपुर विच आबकारी विभाग वालों एक स्विफ्ट कार चों गैर कानूनी ढंग नाल लैके जा रहे चंडीगढ़ मार्का अंग्रेजी शराब जब्त की गई, पर दो नौजवान हनेरे का फायदा चुकते हुए गड्डी छड्ड के फरार हो गए। पुलिस मुताबिक इन्हां दोहां की पहचान हो चुकी है। बहरहाल इन्हां दी कार नूं जब्त कर लिया है तो इन्हां दी भाल शुरू कर दी है। कल रात सानू कोई खबर सी कि कोई गड्डी आ रही है जिहदे विच बाहर दी शराब हो सकती है। तो असीं नाका लगाया सीगा एनकोट घुमाणा दे नेड़े, तो उत्थे एक गड्डी आउंदी देखी। जलंधर नंबर गड्डी सीगी स्विफ्ट डिज़ायर PB 08 CK 7806। ਜਦੋਂ ਇਹਨੂੰ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਗੱਡੀ ਦੇ ਵਿੱਚ ਦੋ ਸ਼ਖਸ ਸੀਗੇ, ਉਹ ਦੋਨੋਂ ਗੱਡੀ ਦੇ ਵਿੱਚੋਂ ਨਿਕਲ ਕੇ ਹਨੇਰੇ ਦਾ ਫਾਇਦਾ ਲੈ ਕੇ ਫਰਾਰ ਹੋ ਗਏ। ਜਦੋਂ ਗੱਡੀ ਦੀ ਅਸੀਂ ਇੰਸਪੈਕਟਰ ਜਿਹੜੇ ਸਾਡੇ ਨੇ ਗੁਲਜ਼ਾਰ ਮਸੀਹ ਜੀ, ਉਹਨਾਂ ਨੇ ਗੱਡੀ ਦੀ ਜਦੋਂ ਤਲਾਸ਼ੀ ਲਈ ਤਾਂ ਇਹਦੇ ਵਿੱਚੋਂ 9 ਪੇਟੀਆਂ 111 ਏਸ ਵਿਸਕੀ ਜਿਹੜੀ ਕਿ ਚੰਡੀਗੜ੍ਹ ਦੇ ਵਾਸਤੇ ਸੀਗੀ, ਫॉर ਸੇਲ ਇਨ ਚੰਡੀਗੜ੍ਹ ਓਨਲੀ, ਉਹ ਅਸੀਂ ਫੜੀ। ਇਹਦੇ ਵਿੱਚ ਅਸੀਂ ਘੁਮਾਣਾ ਦੇ ਵਿੱਚ FIR ਦਰਜ ਕਰਾਈ 2 ਵਿਅਕਤੀਆਂ 'ਤੇ, ਇੱਕ ਤੇ ਜਿਹਦੇ ਨਾਮ 'ਤੇ ਗੱਡੀ ਸੀਗੀ ਕੁਲਦੀਪ ਸਿੰਘ, ਤੇ ਇੱਕ ਉਹਦੇ ਨਾਲ ਪਰਮਪ੍ਰੀਤ ਸਿੰਘ ਕੋਹਾਲੀ ਦਾ ਰਹਿਣ ਵਾਲਾ ਪੰਮਾ। ਇਹਨਾਂ 2 ਵਿਅਕਤੀਆਂ ਦੇ ਵਿਰੁੱਧ ਅਸੀਂ FIR ਅੱਜ ਕਰਾਈ। पंजाब ਵਿੱਚ 1 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਚਲਦੇ ਅਨਾਜ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਕਰਨ ਲਈ ਵਿਭਾਗ ਨੇ ਆਪਣੇ ਪੱਧਰ ਤੇ ਕੰਮ ਸ਼ੁਰੂ ਕਰ ਦਿੱਤੇ ਹਨ। ਗੱਲ ਕਰਦੇ ਹਾਂ ਕਪੂਰਥਲਾ ਦੀ ਅਨਾਜ ਮੰਡੀ ਦੀ, ਜਿੱਥੇ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ। ਕੀ ਕਹਿਣਾ ਚਾਹੁੰਦੇ ਨੇ ਆੜਤੀ ਜਿਹੜੇ ਨਵਾਂ ਸੀਜ਼ਨ ਸ਼ੁਰੂ ਹੋ ਰਿਹਾ, ਕਿਸ ਤਰ੍ਹਾਂ ਦਾ ਰਹਿਣ ਦੀ ਉਮੀਦ ਹੈ, ਕਿੰਨੇ ਕੁ ਪ੍ਰਬੰਧ ਤੁਹਾਨੂੰ ਲੱਗਦੇ ਨੇ ਪੁਖਤਾ ਹੋ ਗਏ ਨੇ? ਸਰਕਾਰ ਬਹੁਤ ਖੂਬੀ ਨਾਲ ਆਪਣੇ ਪ੍ਰਬੰਧਾਂ ਨੂੰ ਲਾਗੂ ਕਰ ਰਹੀ ਹੈ। ਸਾਰੇ ਅਫਸਰਾਂ ਦੀਆਂ ਮੀਟਿੰਗਾਂ ਹੋ ਰਹੀਆਂ ਔਰ ਬਹੁਤ ਵਧੀਆ ਤਰੀਕੇ ਨਾਲ ਪੈਡੀ ਦਾ ਸੀਜ਼ਨ ਵਧੀਆ ਤਰੀਕੇ ਨਾਲ ਚੱਲੂਗਾ। ਪਰ ਇੱਕ ਦੋ ਸਮੱਸਿਆਵਾਂ ਜਿਹਦੇ ਵਿੱਚ ਲਿਫਟਿੰਗ ਦੀ ਪ੍ਰੋਬਲਮ ਆ ਸਕਦੀ ਹੈ, ਜਿੱਦਾਂ GPS ਲਾਗੂ ਕੀਤਾ ਨਾ, ਉਹਦੇ ਵਿੱਚ ਪ੍ਰੋਬਲਮ ਆਉਣੀ, ਕਿਉਂਕਿ ਗੱਡੀਆਂ ਸਾਰੀਆਂ ਪੁਰਾਣੀਆਂ, ਨਵੀਂ ਗੱਡੀ 'ਤੇ GPS ਲੱਗਣ ਦੀ ਸੰਭਾਵਨਾ ਹੁੰਦੀ ਹੈ। ਪੁਰਾਣੀਆਂ 'ਤੇ ਬਹੁਤ ਔਖਾ ਹੈ ਕੰਮ। ਇਹਦੇ ਲਈ ਇਹਨਾਂ ਨੂੰ ਪਹਿਲਾਂ ਲਿਫਟਿੰਗ ਸਿਸਟਮ ਪਹਿਲਾਂ ਹੀ ਕਰਨਾ ਚਾਹੀਦਾ, ਜਿਹਦੇ ਨਾਲ ਫਿਰ ਪ੍ਰੋਬਲਮ ਕੋਈ ਨਹੀਂ ਆਊਗੀ ਲਿਫਟਿੰਗ ਸਿਸਟਮ। ਤੁਸੀਂ ਕੀ ਕਹਿਣਾ ਚਾਹੁੰਦੇ ਜ਼ਿਮੀਂਦਾਰਾਂ ਲਈ ਕੀ ਅਪੀਲ ਹੈ, ਕਿਸ ਤਰ੍ਹਾਂ ਆਪਣਾ ਝੋਨਾ ਲੈ ਕੇ ਆਉਣਾ? ਜ਼ਿਮੀਂਦਾਰਾਂ ਅੱਗੇ ਤਾਂ ਇਹੋ ਅਪੀਲ ਆ ਵੀ ਉਹ ਆਪਣਾ ਝੋਨਾ ਸਹੀ ਸੁਕਾ ਕੇ ਲਿਆਉਣ, ਟਾਈਮ ਨਾਲ ਵਢਾਉਣ, ਤੇਲ ਨਾ ਵਢਾਉਣ, ਸੁੱਕਾ ਮਾਰ ਲਿਆਉਣ ਔਰ ਆਰਾਮ ਨਾਲ ਸ਼ਾਮ ਨੂੰ ਕਰਨ ਜਾਣ। ਦੇਖੋ ਪ੍ਰਬੰਧ ਤਾਂ ਉੱਦਾਂ ਹੀ ਆ ਜਿਵੇਂ ਪਹਿਲਾਂ ਹੁੰਦੇ ਸੀਗੇ। ਹਜੇ ਅੱਜ ਕੋਈ ਬਹੁਤਾ ਨਹੀਂ ਦਿਸ ਰਿਹਾ, ਪਰ ਲੱਗਦਾ ਆ ਵੀ ਕਰ ਲੈਣਗੇ, ਕਿਉਂਕਿ ਗੱਲ ਹੋਈ ਆ ਸਾਰੇ ਮਾਰਕੀਟ ਕਮੇਟੀ ਨਾਲ ਵੀ ਹੋਈ ਆ, DMO ਸਾਨੂੰ ਮੇਰੀ ਹੁਣੇ ਗੱਲ ਹੋ ਕੇ ਹਟੀ ਆ, ਤੇ DFS ਸਾਹਿਬ ਆ ਰਹੇ ਆ, ਤੇ ਸਾਰਾ ਇਹ ਮੈਨੂੰ ਲੱਗਦਾ ਵੀ ਹੋ ਜਾਊਗਾ, ਕਿਉਂਕਿ ਥੋੜ੍ਹਾ ਜਿਹਾ ਮੀਂਹ ਪੈਣ ਕਰਕੇ ਥੋੜ੍ਹੀ ਹੋ ਸਕਦਾ 2-4 ਦਿਨ ਫਸਲ ਵੀ ਲੇਟ ਹੋ ਜਾਏ। ਉਹਦਾ ਕਰਕੇ ਮੈਨੂੰ ਲੱਗਦਾ ਉਹਨੇ ਉਸ ਗੈਪ 'ਚ ਸਾਨੂੰ ਹਰ ਚੀਜ਼ ਨੂੰ ਹੱਲ ਕਰਨ ਦਾ ਮੌਕਾ ਮਿਲ ਸਕਦਾ ਆ। ਬਾਕੀ ਮੈਨੂੰ ਲੱਗਦਾ ਵੀ ਕੋਈ ਜਿਹੀ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਠੀਕ ਲੱਗਦਾ ਸਾਰਾ। ਠੀਕ ਹੈ। पोस्ट ऑफिस गुरदासपुर के सीनियर सुपरडेंट महेश चंद मीना की रिटायरमेंट पार्टी दौरान पोस्ट ऑफिस गुरदासपुर के कर्मचारियों ने पोस्ट ऑफिस के अंदर धरना प्रदर्शन करके दोष लगाए। कर्मचारियों ने कहा कि ड्यूटी दौरान इस अफसर ने बहुत अत्याचार किया तो विभाग में करप्शन की, होर तो होर पैसे लैके बदलियां भी कीतियां, पर अज इस अफसर की रिटायरमेंट से रोस प्रदर्शन कर रहे हैं। ਇੱਥੇ ਧਰਨੇ ਦੇ ਵਿੱਚ MC ਮੀਨਾ ਜੀ ਦੇ ਖਿਲਾਫ ਧਰਨੇ ਤੇ ਇਸ ਕਾਰਨ ਆਇਆ ਕਿਉਂਕਿ ਇਹਨਾਂ ਨੇ 1.5 ਸਾਲ ਦੇ ਦੌਰਾਨ ਲਗਭਗ ਸਾਡੇ ਡਿਵੀਜ਼ਨ ਦੇ 50% ਸਟਾਫ ਨੂੰ ਇਹ ਧਮਕੀ ਦਿੱਤੀ ਹੈ ਕਿ ਅਸੀਂ ਤੁਹਾਨੂੰ ਦਨੇਰੇ ਲਾ ਦਾਂਗੇ, ਨਹੀਂ ਤੇ ਇਹ ਸਟੇਸ਼ਨ ਲੈ ਕੇ ਦਿਓ। ਆਪਣੀ ਮਰਜ਼ੀ ਨਾਲ ਗਲਤ ਸਟੇਸ਼ਨ ਲਿਖਾ ਕੇ ਉਹਨਾਂ ਨੂੰ ਧਮਕੀ ਟ੍ਰਾਂਸਫਰ ਕਰਦੇ ਰਹੇ ਆ, ਜਦੋਂ ਕਿ ਰਿਕੁਐਸਟ ਸਾਡੀ ਆਪਣੀ ਮਰਜ਼ੀ ਦੀ ਹੋਣੀ ਚਾਹੀਦੀ ਹੈ, ਬਟ ਇਹ ਧਮਕੀਆਂ ਦੇ ਕੇ ਕਰਦੇ ਰਹੇ ਆ, ਨਹੀਂ ਤੇ ਅਸੀਂ ਤੁਹਾਨੂੰ ਦਨੇਰੇ ਭੇਜਾਂਗੇ। ਸਾਡੇ ਡਿਵੀਜ਼ਨ ਦੇ 50% ਸਟਾਫ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਟ੍ਰਾਂਸਫਰਾਂ ਨੂੰ। ਇਹਨਾਂ ਦੀਆਂ ਮੈਕਸੀਮਮ ਟ੍ਰਾਂਸਫਰਾਂ ਗਲਤ ਹੋਈਆਂ, ਜਿਨ੍ਹਾਂ ਦੇ ਕਾਰਨ ਸਾਨੂੰ ਅੱਜ ਬੋਲਣਾ ਪਿਆ। ਮੇਰੀ ਖੁਦ ਦੀ 9 ਮਹੀਨੇ ਦੇ ਵਿੱਚ 3 ਵਾਰ ਟ੍ਰਾਂਸਫਰ ਕੀਤੀ ਇਹਨਾਂ ਨੇ, ਔਰ 2 ਟ੍ਰਾਂਸਫਰਾਂ ਉਹਨਾਂ 'ਚੋਂ ਗਲਤ ਹੀ, ਇੱਕ ਤਾਂ ਮੇਰੀ ਡਿਊ ਹੀ ਉਹ ਹੋਣੀ ਸੀ। 2 ਟ੍ਰਾਂਸਫਰਾਂ ਇਹਨਾਂ ਵੱਲੋਂ ਗਲਤ ਕੀਤੀਆਂ ਗਈਆਂ, ਜਿਹੜੀ ਕਿ ਜਿਨ੍ਹਾਂ ਮੇਰੇ ਤਰ੍ਹਾਂ ਹੋਰ ਵੀ ਬੜੇ ਬੰਦਿਆਂ ਦੀਆਂ ਇਹਨਾਂ ਨੇ ਟ੍ਰਾਂਸਫਰਾਂ ਜਿਹੜੀਆਂ ਕੀਤੀਆਂ ਉਹ ਗਲਤ ਕੀਤੀਆਂ। ਕਿਉਂ ਕਰਦੇ? ਗਲਤ ਇਸ ਕਾਰਨ ਕਰਦੇ ਸੀ ਕਿਉਂਕਿ ਆਪਣੇ ਬੰਦਿਆਂ ਨੂੰ ਉੱਥੇ ਐਡਜਸਟ ਕਰਾਉਣਾ ਚਾਹੁੰਦੇ ਸੀ। ਕਾਦੀਆਂ ਤੋਂ ਮੈਨੂੰ ਟ੍ਰਾਂਸਫਰ ਕੀਤਾ ਗਿਆ ਕਿਉਂਕਿ ਉੱਥੇ ਆਪਣੇ ਬੰਦੇ ਨੂੰ ਇਹ ਪੋਸਟ ਮਾਸਟਰ ਲਗਾਉਣਾ ਚਾਹੁੰਦਾ ਸੀ, ਜਦੋਂ ਕਿ ਮੇਰਾ ਉੱਥੇ ਰਾਈਟ ਬੰਦਾ ਸੀ, ਮੈਂ ਉਸ ਬੰਦੇ ਕੋਲ ਸੀਨੀਅਰ ਸੀ। ਚੰਡੀਗੜ੍ਹੋਂ ਵੀ ਲਿਖ ਕੇ ਆ ਗਿਆ, ਬਟ ਉਸ ਤੋਂ ਬਾਅਦ ਵੀ ਇਹਨਾਂ ਨੇ ਉਹਨਾਂ ਕੋਲੋਂ ਪਤਾ ਨਹੀਂ ਕੀ ਇਹਨਾਂ ਦਾ ਪੈਸੇ ਦਾ ਲੈਣ ਦੇਣ ਹੀ ਜਾਂ ਉਹਨਾਂ ਦੇ ਟਰੱਕ ਹੀ ਇਹਨਾਂ ਦਾ ਸਮਾਨ ਆਉਂਦਾ ਜਾਂਦਾ ਸੀ, ਜੋ ਵੀ ਹੈ ਸੀ ਮੈਟਰ ਮੈਨੂੰ ਕਨਫਰਮ ਨਹੀਂ ਹੈ, ਬਟ ਇਹਨਾਂ ਨੇ ਆਪਣੇ ਬੰਦੇ ਨੂੰ ਫਾਇਦਾ ਦੇਣ ਲਈ ਮੈਨੂੰ ਗਲਤ ਟ੍ਰਾਂਸਫਰ ਕੀਤਾ। ਪੋਸਟ ਆਫਿਸ ਜਿਹੜੇ ਹੈਗੇ ਸੀ ਉਹ ਅੱਜ ਰਿਟਾਇਰ ਹੋ ਗਏ ਨੇ। ਇਹ ਸਾਡੀ ਡਿਵੀਜ਼ਨ ਵਿੱਚ 1.5 ਸਾਲ ਰਹੇ ਨੇ।
ਇਹਨਾਂ ਸਾਡੇ ਤੇ ਇੰਨਾ ਅਤਿਆਚਾਰ ਕੀਤਾ, ਸਾਡੀ ਯੂਨੀਅਨ ਤੇ ਇੰਨਾ ਅਤਿਆਚਾਰ ਕੀਤਾ ਜਿਸ ਦੀ ਕੋਈ ਹੱਦ ਨਹੀਂ ਆ। ਕਰਪਸ਼ਨ ਇਹਨਾਂ ਨੇ ਕੀਤੀ ਆ, ਜੋ ਕਿ ਆਉਣ ਵਾਲੇ ਟਾਈਮ 'ਚ ਆਪਾਂ ਸਾਹਮਣੇ ਲਿਆਵਾਂਗੇ। ਨਵੇਂ ਐਸਐਸਪੀ ਸਾਹਿਬ ਨੂੰ ਆਪਾਂ ਦੱਸਾਂਗੇ ਵੀ ਆ ਇੱਥੇ ਘਪਲਾ ਹੋਇਆ, ਇਹਦੀ ਜਾਂਚ ਕੀਤੀ ਜਾਵੇ। ਤੇ ਸਾਡੇ ਹਰ ਬੰਦੇ ਨੂੰ ਵਾਰਨਿੰਗਾਂ ਦਿੱਤੀਆਂ, ਚਾਰਜਸ਼ੀਟਾਂ ਲਾਈਆਂ, ਨਾਲੇ ਕਿਹਾ ਮੈਂ ਤਾਂ ਠੋਕ ਦੇਤਾ ਹੂੰ। ਔਰ ਇਸ ਬੰਦੇ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ। ਇਸ ਕਰਕੇ ਆਪਾਂ ਇਹ ਧਰਨਾ ਪ੍ਰਦਰਸ਼ਨ ਅੱਜ ਰੱਖਿਆ। ਕਿਸ ਤਰ੍ਹਾਂ ਧੱਕਾ ਕੀਤਾ ਗਿਆ? ਕਿਸ ਤਰ੍ਹਾਂ ਚਾਰਜਸ਼ੀਟਾਂ ਲਾ ਕੇ, ਵਾਰਨਿੰਗਾਂ ਦੇ ਕੇ, ਚਾਰਜਸ਼ੀਟਾਂ ਦਾ ਡਰਾ ਪਾ ਕੇ, ਫੇਕ ਸਾਡੇ ਕੋਲ ਗਲਤ ਤਰੀਕੇ ਨਾਲ ਖਾਤੇ ਖਿਲਾਏ ਵੀ ਸਾਡਾ ਡਿਪਾਰਟਮੈਂਟ ਕਹਿੰਦਾ ਇੱਕ ਨਾਂ ਤੇ 100 200 ਖਾਤਾ ਖੋਲ੍ਹਿਆ, ਜੋ ਕਿ ਸਾਡੇ ਮਹਿਕਮੇ ਦੇ ਖਿਲਾਫ ਆ। ਕਿੰਨੇ ਮੁਲਾਜ਼ਮ ਨੇ ਚਾਰਜ ਕੀਤੇ ਗਏ? ਇਹ ਗਿਣਤੀ ਤੇ ਮੇਰੇ ਕੋਲ ਨਹੀਂ ਹੈਗੀ, ਪਰ ਇਹਨਾਂ ਦੇ ਟਾਈਮ ਤੋਂ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਉਹ ਚਾਰਜਸ਼ੀਟ ਕੀਤੇ ਗਏ ਨੇ। ਟਾਰਗੇਟ ਦੇ ਨਾਂ ਤੇ ਇੰਨਾ ਹਰਾਸਮੈਂਟ ਕੀਤਾ ਗਿਆ ਜਿਸ ਦੀ ਹੱਦ ਹੀ ਕੋਈ ਨਹੀਂ ਆ। ਇਹਨਾਂ ਤੋਂ ਇੰਨਾ ਕੁ ਦੁਖੀ ਆ ਗਿਆ ਸੀ ਜਿਸ ਦੀ ਹੱਦ ਕੋਈ ਨਹੀਂ। ਇਹ ਹਾਰ ਕੇ ਸਾਨੂੰ ਇਹ ਸਟੈਪ ਚੁੱਕਣਾ ਪਿਆ। ਰਿਟਾਇਰਮੈਂਟ ਤੋਂ ਬਾਅਦ ਹੀ ਕਿਉਂ ਚੁੱਕਿਆ? ਵਿੱਚ ਵੀ ਚੁੱਕ ਸਕਦੇ ਜੀ। ਵਿੱਚ ਬਹੁਤ ਵਾਰੀ ਚੁੱਕਿਆ ਗਿਆ, ਪਰ ਇਹ ਧਮਕੀਆਂ ਦਿੰਦੇ ਸੀ ਵੀ ਜੇ ਮੇਰੇ ਨਾਲ ਇੱਦਾਂ ਕਰੋਗੇ ਤਾਂ ਮੈਂ ਤੁਹਾਡੇ ਨਾਲ ਇੱਦਾਂ ਕਰ ਦਾਂਗਾ। ਫਿਰ ਆਪਾਂ ਜਿਹੜਾ ਨੋਟਿਸ ਦਿੱਤਾ ਵਾ ਪ੍ਰੋਪਰ ਚੈਨਲ ਦਿੱਤਾ। 1 ਮਹੀਨਾ ਪਹਿਲਾਂ ਆਪਾਂ ਨੋਟਿਸ ਦੇ ਦਿੱਤਾ ਸੀ, ਜਿਸ ਦੀ ਇੰਟੀਮੇਸ਼ਨ ਆਪਾਂ ਆਪਣੇ ਸਰਕਲ ਸੈਕਟਰੀ ਡਿਵੀਜ਼ਨ ਸਰਕਲ ਸੈਕਟਰੀ ਸਾਹਿਬ ਨੇ ਆਪਣੇ ਚੀਫ ਸਾਹਿਬ ਨੂੰ ਵੀ ਦੇ ਦਿੱਤਾ ਸੀ। ਸਾਡੇ ਜਨਰਲ ਸੈਕਟਰੀ ਜਿਹੜੇ ਇੰਡੀਆ ਦੇ ਆ ਉਹਨਾਂ ਨੂੰ ਦੇ ਦਿੱਤਾ ਸੀ, ਔਰ ਸੈਕਟਰੀ ਜਨਰਲ ਜਿਹੜੇ ਹੈਗੇ ਇੰਡੀਆ ਉਹਨਾਂ ਨੂੰ ਵੀ ਦੇ ਦਿੱਤਾ ਸੀ। ਇਹ ਥਰੂ ਪ੍ਰੋਪਰ ਚੈਨਲ ਹੀ ਆਪਾਂ ਕੋਈ ਡਿਪਾਰਟਮੈਂਟ ਦਾ ਜਿਹੜੇ ਰੂਲ ਰੈਗੂਲੇਸ਼ਨ ਦੀ ਵਾਇਓਲੇਸ਼ਨ ਨਹੀਂ ਕੀਤੀ ਇੱਥੇ। ਜਦ ਘਰ ਵਿੱਚੋਂ ਅਚਾਨਕ ਕੋਈ ਘਰ ਦਾ ਜੀ ਚਲਾ ਜਾਵੇ ਤਾਂ ਉਸ ਘਰ ਦੇ ਕੀ ਹਾਲਾਤ ਹੋਣਗੇ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਸਕਰੀਨ ਤੇ ਤਸਵੀਰਾਂ ਦਿਖਾਵਾਂਗੇ। ਜੋ ਤਸਵੀਰਾਂ ਤੁਸੀਂ ਗੁਰਦਾਸਪੁਰ ਦੇ ਪਿੰਡ ਦੀਆਂ ਤਲਵੰਡੀ ਚੁਗਲਾਂ ਦੀਆਂ ਦੇਖ ਰਹੇ ਹੋ, ਇਹ ਸਾਹਮਣੇ ਆਈਆਂ ਹੈ ਜਿੱਥੋਂ ਦਾ ਸੰਦੀਪ ਸਿੰਘ ਉਮਰ 14 ਸਾਲ, ਜਿਸ ਨੂੰ ਮਾਸੀ ਆਪਣੇ ਨਾਲ ਲੈ ਕੇ ਜਾਂਦੀ ਹੈ, ਪਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੋਈ ਪਤਾ ਨਹੀਂ ਪੁੱਤ ਦਾ ਲੱਗ ਰਿਹਾ। ਬਿਨ ਬਾਪ ਧੀਆਂ ਜਿਨ੍ਹਾਂ ਨੇ ਆਪਣੇ ਬਾਪ ਦਾ ਮੂੰਹ ਤੱਕ ਨਹੀਂ ਦੇਖਿਆ। ਵੀਰ ਦਾ ਆਸ ਲਗਾ ਕੇ ਬੈਠੀਆਂ ਕਿ ਉਹ ਵੱਡਾ ਹੋ ਕੇ ਘਰ ਦੇ ਹਾਲਾਤ ਬਿਹਤਰ ਕਰ ਸਕੇਗਾ, ਪਰ ਉਹ ਵੀ ਕਈ ਮਹੀਨਿਆਂ ਤੋਂ ਬਾਅਦ ਨਹੀਂ ਮਿਲ ਰਿਹਾ। ਦੁਖਿਆਰੀ ਮਾਂ ਜੋ ਕਿ ਇਕੱਲੀ ਕਮਲਿਆਂ ਵਾਂਗ ਸਵੇਰੇ ਸ਼ਾਮ ਘਰ ਤੋਂ ਨਿਕਲਦੀ ਹੈ ਅਤੇ ਸ਼ਾਮ ਨੂੰ ਘਰ ਵਾਪਸ ਆਉਂਦੀ ਹੈ ਤੇ ਕਦੇ ਕਿਸੇ ਪਿੰਡ ਅਤੇ ਕਦੇ ਕਿਸੇ ਸ਼ਹਿਰ ਆਪਣੇ ਪੁੱਤ ਨੂੰ ਲੱਭਦੀ ਰਹਿੰਦੀ ਹੈ, ਪਰ ਆਖਿਰ ਉਸ ਨੂੰ ਨਿਰਾਸ਼ਾ ਹੀ ਮਿਲਦੀ ਹੈ। ਉਹ ਬੇਟਾ ਮੇਰੀ ਭੈਣ ਲੱਗੀ ਮੇਰੇ ਤੋਂ ਛੋਟੀ ਤੇ ਕਹਿੰਦੀ ਕਿ ਮੈਂ ਘਰ ਇਕੱਲੀ ਆ। ਮੁੜ ਕੇ ਬੇਟਾ ਮੇਰਾ ਲੱਭਾ ਨਹੀਂ। ਮੈਂ ਪੁੱਛ ਗਿੱਛ ਕਰਨੀ ਆ, ਮੇਰੀ ਕੋਈ ਸੁਣਾਈ ਨਹੀਂ ਹੁੰਦੀ, ਮੇਰੇ ਕੋਈ ਨਹੀਂ ਪੁੱਛਦਾ। ਆ ਵਤ ਗਲੀਆਂ ਦੇ ਕੱਖ ਵੀ ਜਿਹੜੇ ਆ ਉਹ ਵੀ ਮੈਂ ਕਹਿੰਦੀ ਮੇਰੀ ਲੋੜ ਪੂਰੀ ਕਰ ਦੇ, ਮੇਰੀ ਕੋਈ ਮਦਦ ਨਹੀਂ ਦੇਂਦੇ। ਮੈਂ ਦੁਖੀ ਬੈਠੀ ਹਾਂ। ਨਾ ਕੋਈ ਰਿਸ਼ਤੇਦਾਰ ਨੇ ਮਦਦ ਨਹੀਂ ਦਿੱਤੀ। ਕਹਿੰਦੇ ਕਿ ਪਰਚਾ ਨਾ ਦਓ, ਅੱਧਾ ਲੱਭ ਲੂਗਾ, ਆ ਜਾਊਗਾ ਕਿ ਕੋ ਸੁੱਟ ਕੇ। ਆ ਗੱਲ ਨਹੀਂ ਮੈਂ ਕੀਤੀ ਸੀ। ਛੱਟਾਂ ਲਾਈਆਂ ਉਹਨਾਂ ਪੁਲਿਸ ਵਾਲਿਆਂ ਨੇ, ਉਹਦੀ ਸੁਣੀ, ਮੇਰੀ ਨਹੀਂ ਸੁਣੀ, ਕਿਸੇ ਸੁਣਾਈ ਨਹੀਂ ਕੀਤੀ। ਮੈਨੂੰ ਲੈ ਆਏ ਸੀ ਦਰਸ਼ਨ ਸਿੰਘ, ਉਹਨੂੰ 16 ਸਾਲ ਹੋ ਗਏ। ਉਦੋਂ 8 ਦਿਨਾਂ ਦਾ ਹੀ ਜਿੱਦਣ ਪੂਰਾ ਹੁੰਦਾ, ਜਿੱਦਣ ਗੁੰਮ ਹੁੰਦਾ ਵਾ ਉਦਣ ਉਹ 12 ਦਿਨਾਂ ਦਾ, ਤੇ ਜਿੱਦਣ ਉਹਨੂੰ ਕੱਢਦੇ ਆ ਉਦਣ ਉਹ ਹੈਗਾ ਹੀ 13 ਦਿਨਾਂ ਦਾ। ਇੰਨਾ ਟਾਈਮ, ਇਹ 2 ਸਾਲਾਂ ਦੀ ਟਾਈਮ। ਇਹਨੇ ਆਪਣਾ ਪਾਪਾ ਨਹੀਂ ਵੇਖਿਆ। ਬੱਚੇ ਪਾਲੇ ਬੜੀ ਧੱਕੇ ਖਾਂਦੇ। ਹੁਣ ਤਾਂ ਕੋਈ ਗੱਲ ਹੀ ਨਹੀਂ ਹੁੰਦੀ, ਪਰੇਸ਼ਾਨੀ ਰਹਿੰਦੀ ਆ। ਰਾਤ ਉੱਠ ਕੇ ਬਹਿ ਰਹਿੰਦੀ ਆ, ਇੱਧਰੋਂ ਆ ਜੇ। ਜਿੱਦਾਂ ਕਦੀ ਕਿ ਸਰਪੰਚ ਵੱਲ ਜਾਂਦੀ ਆ, ਕਦੀ ਕਿ ਜੀ ਪਿਆਣੀ, ਮੇਰੀ ਕੋਈ ਸੁਣਦਾ ਹੀ ਨਹੀਂ। ਕਿਸੇ ਨੂੰ ਬੈਠਣ ਅਸੀਂ ਕਿਹਾ ਵੀ ਥੋੜ੍ਹੀ ਬਹੁਤੀ ਮਦਦ ਕਰੋ ਪਿੰਡ ਵਾਲਿਆਂ ਨੂੰ। ਕਹਿੰਦੇ ਲੱਭੇ ਤੇ ਫੇਰ ਹੀ ਮਦਦ ਕਰੀਏ, ਨਾ ਪੈਸਾ ਲਾਈਏ। ਇਹ ਗੱਲ ਆਉਂਦੀ, ਕਮੂਲ ਮੂਡਾ ਲੱਭੇ ਤੇ ਫਿਰ ਅਸੀਂ ਪੈਸਾ। ਪੈਸਾ ਵੀ ਨਹੀਂ ਮੇਰੀ ਲੱਗੀ, ਨਾ ਮੈਨੂੰ ਡਿਪੂ ਦੀ ਕਣਕ ਆ, ਕੁਛ ਨਹੀਂ ਆ। ਧੱਕੇ ਮੈਂ ਤੇ ਵੀਰੇ ਜੁੱਤੀ ਵੀ ਨਹੀਂ ਪਾ ਕੇ ਵੇਖੀ। ਇਹ ਪਲ ਜਾਣਾ। ਬੜੀ ਮੈਨੂੰ ਖੁਸ਼ੀ ਆ, ਮੇਰਾ ਪੁੱਤ ਮੇਰੇ ਜਿੱਡਾ ਹੋ ਗਿਆ ਵਾ। ਮੈਂ ਕਾ ਇਹੋ ਹੱਥ ਜੋੜਨੇ ਚਿਪ ਤੇਰਾ ਵਿਆਹ ਕਰਕੇ ਨਾ ਮੈਂ 2 ਸਾਲਾਂ ਤੱਕ ਇਹਦਾ ਵੀ ਕਰ ਦੇਣਾ ਵਾ, ਮੈਂ ਨਹੁੰ ਵੇਖ ਜਾਵਾਂ। ਕੋਈ ਪਤਾ ਹੀ ਨਹੀਂ ਸੀ ਕਿ ਇਹ ਗੱਲ ਬਣਨੀ। ਅਮਰਗੜ੍ਹ ਏਰੀਆ ਵਿੱਚ ਕੁਝ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਗਊਆਂ ਦਾ ਮਾਸ ਨਾਲ ਲੱਗਦੇ ਸੂਬਿਆਂ ਵਿੱਚ ਭੇਜਣ ਦੇ ਮਕਸਦ ਨਾਲ ਵੱਡੀ ਗਿਣਤੀ ਵਿੱਚ ਉਹਨਾਂ ਦਾ ਕਤਲ ਕਰਕੇ ਮਾਸ ਗੱਡੀਆਂ ਵਿੱਚ ਭਰ ਕੇ ਭੇਜਿਆ ਗਿਆ, ਜਦੋਂ ਕਿ ਮ੍ਰਿਤਕ ਗਊਆਂ ਦੇ ਬਾਕੀ ਅੰਗਾਂ ਨੂੰ ਗੱਡੀਆਂ ਰਾਹੀਂ ਅਮਰਗੜ੍ਹ ਦੇ ਨੇੜਲੇ ਪਿੰਡਾਂ ਪਨਭੋਰਾ ਜ਼ਿਲ੍ਹਾ ਮਲੇਰਕੋਟਲਾ ਅਤੇ ਢਡੋਗਲ ਜ਼ਿਲ੍ਹਾ ਸੰਗਰੂਰ ਦੀਆਂ
ਡਰੇਨਾਂ ਵਿੱਚ ਸੁੱਟਿਆ ਗਿਆ। ਇਹ ਖੁਲਾਸਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਮਲੇਰਕੋਟਲਾ ਮੈਡਮ ਅਵਨੀਤ ਕੌਰ ਸਿੱਧੂ ਨੇ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ 7 ਦੋਸ਼ੀਆਂ ਦੀ ਪਹਿਚਾਣ ਕਰਕੇ 3 ਨੂੰ ਕਾਬੂ ਕਰ ਲਿਆ ਤੇ 4 ਅਜੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ ਤੇ ਜਲਦੀ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਢਟੋਗਲ ਵਿੱਚ ਡਰੇਨ ਵਿੱਚ ਆਪਾਂ ਨੂੰ ਜਿਵੇਂ ਪਤਾ ਹੈ ਵੀ ਗਊਆਂ ਦੇ ਆਪਾਂ ਨੂੰ ਬੋਡੀ ਪਾਰਟਸ ਮਿਲੇ ਸੀਗੇ, ਕੁਝ ਸਿਰ ਮਿਲੇ ਸੀਗੇ, ਕੁਝ ਹੋਰ ਪੂਛਾਂ ਵਗੈਰਾ ਬੋਡੀ ਪਾਰਟਸ ਮਿਲੇ ਸੀਗੇ। ਸੋ ਉਸ ਦੇ ਤਹਿਤ ਹੀ ਆਪਣਾ ਥਾਣਾ ਅਮਰਗੜ੍ਹ ਵਿੱਚ ਮੁਕੱਦਮਾ ਨੰਬਰ 187 FIR ਨੰਬਰ 187 ਕਾਊ ਸਲੌਟਰ ਐਕਟ ਦੇ ਅੰਡਰ ਔਰ ਸੰਗਰੂਰ ਵਿੱਚ ਸਦਰ ਧੂਰੀ ਵਿੱਚ FIR ਨੰਬਰ 199 ਜਿਹੜੀ ਦਰਜ ਕੀਤੀ ਗਈ ਸੀ। ਸੋ ਉਹਦੇ ਵਿੱਚ ਅਸੀਂ ਦੱਸਣਾ ਚਾਹਾਂਗੇ ਉਹ ਅਣਪਛਾਤਿਆਂ ਦੇ ਖਿਲਾਫ ਉਦੋਂ ਦਰਜ ਕੀਤਾ ਗਿਆ ਸੀ ਮੁਕੱਦਮਾ ਔਰ ਉਹ ਸਾਰੇ ਦੋਸ਼ੀ ਜਿਹੜੇ ਹੈਗੇ ਟਰੇਸ ਕਰ ਲਏ ਗਏ ਹੈ। 7 ਦੋਸ਼ੀ ਬਾਈ ਨੇਮ ਨੋਮੀਨੇਟ ਕੀਤੇ ਹੈ, 2 ਦੋਸ਼ੀ ਨਾਮਾਲੂਮ ਹੈਗੇ ਹੈ ਔਰ 3 ਦੋਸ਼ੀਆਂ ਦੀ ਜਿਹੜੀ ਹੈਗੀ ਅਰੈਸਟ ਹੋ ਚੁੱਕੀ ਹੈ। ਸੋ ਇਹਦੇ ਵਿੱਚ ਅਸੀਂ ਥੋੜੇ ਧਿਆਨ 'ਚ ਲਿਆਵਾਂਗੇ ਵੀ IG ਸਾਹਿਬ ਦੇ ਇੰਸਟਰਕਸ਼ਨਸ ਦੇ ਅਕੋਰਡਿੰਗਲੀ ਸਾਡੀ ਜਿਹੜੀ ਟੀਮ ਨੇ ਬਹੁਤ ਮਿਹਨਤ ਕੀਤੀ ਪਿਛਲੇ ਹਫਤੇ ਵਿੱਚ। SPD DSP ਅਮਰਗੜ੍ਹ ਗੁਰਿਕਬਾਲ ਸਿੰਘ, CI ਇੰਚਾਰਜ SHO ਅਮਰਗੜ੍ਹ ਔਰ ਸੰਗਰੂਰ ਵੱਲੋਂ SSP ਮਨਦੀਪ ਸਿੰਘ ਸਿੱਧੂ ਵੱਲੋਂ DSP D ਕਰਨ ਸੰਧੂ, ਸਾਰਿਆਂ ਨੇ ਆਪਣੀਆਂ ਟੀਮਸ ਬਣਾ ਕੇ ਅਸੀਂ ਅਲੱਗ-ਅਲੱਗ ਡਾਇਰੈਕਸ਼ਨਸ ਵਿੱਚ ਜੁਆਇੰਟਲੀ ਕੰਮ ਕਰ ਰਹੇ ਸੀਗੇ। ਸੋ ਉਹਦੇ ਵਿੱਚ ਸਾਨੂੰ ਸਫਲਤਾ ਹਾਸਿਲ ਮਿਲੀ ਜਦੋਂ ਸਾਨੂੰ ਕੱਲ ਜਿਹੜੇ ਹੈਗੇ ਆ 3 ਦੋਸ਼ੀ ਜਿਹੜੇ ਆ ਮੇਨ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਆ। ਕਿੰਨੀ ਦੇਰ ਤੋਂ ਲੱਗੇ ਨੇ ਇਹਦੇ ਵਿੱਚ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੈ ਸਾਰੀ ਚੱਲ ਰਹੀ ਹੈ। ਜੋ ਥੋੜਾ ਅਸੀਂ ਬਰੀਫ ਤੁਹਾਨੂੰ ਦੱਸਣਾ ਚਾਹਾਂਗੇ ਵੀ ਆਪਣਾ ਇੱਕ ਫੈਕਟਰੀ ਹੈਗੀ ਹੈ ਜੀ ਪੰਧੇਰ ਪੈਲੇਸ ਲੁਧਿਆਣਾ ਰੋਡ ਤੇ ਬੰਦ ਪਈ ਹੈ ਕਾਫੀ ਟਾਈਮ ਤੋਂ, ਉਹਦੇ ਵਿੱਚ ਚੌਕੀਦਾਰ ਰੱਖਿਆ ਹੋਇਆ ਧੰਨਾ ਖਾਂ। ਸੋ ਇਹ ਜਿਹੜੀ ਘਟਨਾ ਹੋਈ ਹੈ ਜਿਹੜੀਆਂ ਗਊਆਂ ਦਾ ਕਤਲ ਕੀਤਾ ਗਿਆ ਉਸੇ ਫੈਕਟਰੀ ਵਿੱਚ 22-23 ਦੀ ਜਿਹੜੀ ਦਰਮਿਆਨੀ ਰਾਤ ਸੀ ਇੰਟਰਵੀਨਿੰਗ ਨਾਈਟ, ਉਹਦੇ ਵਿੱਚ ਰਾਤ ਨੂੰ ਉੱਥੇ ਅਸਲਮ ਸਨ ਆਫ ਨੂਰ ਵਾਸੀ ਪਿੰਡ ਸੰਘੈਣ ਸਦਰ ਅਹਿਮਦਗੜ੍ਹ, ਅਸਲਮ ਅਲਾਇਸ ਪੂਰੀਆ ਇਹ ਵੀ ਵਾਸੀ ਮਲੇਰਕੋਟਲਾ, ਸਮੀਰ ਉਰਫ ਮੱਦੀ, ਮੱਖਣ ਵਾਸੀ ਮਲੇਰਕੋਟਲਾ, ਰੋਸ਼ਨ ਪੁੱਤਰ ਨੂਰ ਮੁਹੰਮਦ, ਸੋਨੂ ਵਾਸੀ UP ਔਰ 2 ਨਾਮਾਲੂਮ ਵਿਅਕਤੀ ਇਹਨਾਂ ਨੇ ਉੱਥੇ ਗਊਆਂ ਦਾ ਕਤਲ ਕੀਤਾ ਔਰ ਉਸ ਤੋਂ ਬਾਅਦ ਕਤਲ ਕਰਕੇ ਜਿਹੜਾ ਉਹਨਾਂ ਦਾ ਮਾਸ ਹੈਗਾ ਬੋਲੈਰੋ ਕੈਂਪਰ ਵਿੱਚ ਜਿਹੜਾ ਹੈਗਾ ਭੇਜ ਦਿੱਤਾ ਔਰ ਜਿਹੜੇ ਕੱਟੇ ਹੋਏ ਬਾਕੀ ਬੋਡੀ ਪਾਰਟ ਸੀਗੇ ਉਹਨਾਂ ਨੇ ਇੱਕ ਛੋਟੇ ਹਾਥੀ ਵਿੱਚ ਭਰ ਕੇ ਜਿਹੜੀਆਂ ਦੋਨੋਂ ਡਰੇਨਸ ਹੈਗੀਆਂ ਬਨਭਾਰੋ ਤੋਂ ਜੈਨਪੁਰ ਜਾਣ ਵਾਲੀ ਰੋਡ ਹੈ ਉਹਦੇ ਵਿੱਚ ਇੱਕ ਡਰੇਨ ਜ਼ਿਲ੍ਹਾ ਮਲੇਰਕੋਟਲਾ ਵਿੱਚ ਪੈਂਦੀ ਹੈ, ਇੱਕ ਸੰਗਰੂਰ ਵਿੱਚ, ਤੇ ਉੱਥੇ ਉਹਨਾਂ ਦੇ ਬੋਡੀ ਪਾਰਟਸ ਸੁੱਟ ਦਿੱਤੇ। ਸੋ ਇਹਨਾਂ ਵਿੱਚੋਂ ਜਿਹੜੇ ਸਾਡੇ 3 ਦੋਸ਼ੀ ਹੈਗੇ ਆ ਜੀ ਧੰਨਾ ਖਾਂ ਪੁੱਤਰ ਗੁਲਜ਼ਾਰ ਮੁਹੰਮਦ ਜਿਹੜਾ ਕਿ ਚੌਕੀਦਾਰ ਸੀਗਾ, ਅਸਲਮ ਪੁੱਤਰ ਨੂਰ ਮਾਹੀ ਪਿੰਡ ਸੰਗੈਨ ਔਰ ਅਸਲਮ ਉਰਫ ਪੂਰੀਆ ਪੁੱਤਰ ਮੁਹੰਮਦ ਨਿਆਜ਼ ਇਹ ਵੀ ਵਾਸੀ ਮਲੇਰਕੋਟਲਾ, ਇਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਅਸੀਂ ਅਰੈਸਟ ਕਰ ਲਿਆ ਹੈ। ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਬਣੀ ਸਰਕਾਰੀ ਡਿਸਪੈਂਸਰੀ ਚੋਰੀ ਦਾ ਨਿਆ ਠਿਕਾਣਾ ਬਣਾਇਆ। ਚੋਰਾਂ ਨੇ ਡਿਸਪੈਂਸਰੀ ਵਿੱਚ ਤੈਨਾਤ ਡਾਕਟਰ ਨੇ ਦੱਸਿਆ ਕਿ ਡਿਸਪੈਂਸਰੀ ਵਿੱਚ ਪਹਿਲਾਂ ਵੀ ਚੋਰੀ 2-3 ਵਾਰ ਹੋ ਚੁੱਕੀ ਹੈ ਤੇ ਹੁਣ ਚੋਰਾਂ ਨੇ ਫਿਰ ਦੁਬਾਰਾ ਤੋਂ ਡਿਸਪੈਂਸਰੀ ਵਿੱਚ ਚੋਰੀ ਕਰ ਦਿੱਤੀ। ਨਸ਼ਾ ਛਡਾਉਣ ਲਈ ਦਵਾਈ ਅਤੇ ਕੈਸ਼ ਚੋਰੀ ਕਰਕੇ ਲੈ ਗਏ। ਸਾਨੂੰ ਉਸ ਵਕਤ ਪਤਾ ਲੱਗਿਆ ਜਦੋਂ ਅਸੀਂ ਡਿਸਪੈਂਸਰੀ ਵਿੱਚ ਆਏ ਸਨ ਤੇ ਸਮਾਨ ਖਿਲਰਿਆ ਹੋਇਆ ਮਿਲਿਆ, ਦਵਾਈਆਂ ਡਿੱਗੀਆਂ ਹੋਈਆਂ ਸਨ। ਦੂਜੇ ਪਾਸੇ ਮੌਕੇ ਤੇ ਪਹੁੰਚੇ ਮਾਡਲ ਟਾਊਨ ਪੁਲਿਸ ਚੌਂਕੀ ਦੇ ਥਾਣੇਦਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸਰਕਾਰੀ ਡਿਸਪੈਂਸਰੀ ਵਿੱਚ ਚੋਰੀ ਹੋ ਚੁੱਕੀ ਹੈ ਤੇ ਉਹਨਾਂ ਨੇ ਪਹੁੰਚ ਕੇ ਅਤੇ ਨਾਲ ਫਿੰਗਰਪ੍ਰਿੰਟਸ ਵੀ ਟੀਮ ਪਹੁੰਚ ਗਈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਰ ਮੈਂ ਡਾਕਟਰ ਅੰਜੂ ਬੰਸਲ UPSC ਬੇਅੰਤ ਨਗਰ ਤੋਂ। ਸਰ ਅੱਜ ਸਵੇਰ ਜਦੋਂ ਸਾਡੇ ਟਾਈਮਿੰਗ 8 ਤੋਂ 2 ਵਜੇ ਦੇ ਹੈ, 8 ਵਜੇ ਜਦੋਂ ਹਸਪੀਟਲ ਖੋਲ੍ਹਿਆ ਤਾਂ ਓਟ ਸੈਂਟਰ ਬਣਿਆ ਹੋਇਆ ਹੈ, ਉਹਦੇ ਸ਼ੀਸ਼ੇ ਟੁੱਟੇ ਹੋਏ ਸੀਗੇ। PC ਇੱਥੋਂ ਸ਼ਿਫਟ ਕੀਤਾ ਹੋਇਆ ਸੀਗਾ। ਸਰ ਬਾਕੀ ਰੂਮਸ ਦੇ ਜਿਵੇਂ OPD ਹੈ ਜਿੱਥੇ ਸਾਰੀਆਂ ਦਵਾਈਆਂ ਪਈਆਂ ਜਾਂ ਡਾਕਟਰ ਰੂਮ ਹੈ ਇਹਨਾਂ ਦੇ ਤਾਲੇ ਟੁੱਟੇ ਹੋਏ ਸੀਗੇ। ਹੋਰ ਵੀ ਸਮਾਨ ਸਰ ਸਾਰਾ ਮਤਲਬ ਹਿੱਲਿਆ ਹੋਇਆ ਸੀਗਾ, ਇੱਧਰ ਉੱਧਰ ਸਿੱਟਿਆ ਪਿਆ ਸੀਗਾ। ਜਦੋਂ OPD ਨੂੰ ਚੈੱਕ ਕੀਤਾ ਤਾਂ ਦਵਾਈਆਂ ਵਾਲੀ ਅਲਮਾਰੀ 'ਚੋਂ ਨਸ਼ੇ ਵਾਲੀਆਂ ਦਵਾਈਆਂ ਚੋਰੀ ਹੋ ਗਈਆਂ। ਪੇਮੈਂਟ ਪਈ ਸੀਗੀ ਪੂਰੇ ਮਹੀਨੇ ਦੀ OPD ਦੀ ਸਾਡੀ, ਉਹ ਵੀ ਉੱਥੋਂ ਗਾਇਬ ਹੈ ਪੈਸੇ। ਹੋਰ ਸਾਰੀਆਂ ਦਵਾਈਆਂ ਵੀ ਇੱਧਰ ਉੱਧਰ ਸਿੱਟੀਆਂ ਪਈਆਂ ਸੀਗੀਆਂ ਸਰ। ਸਰ ਇਹ ਬਾਰ-ਬਾਰ ਹੋ ਰਿਹਾ ਹੈ ਤੇ ਹਾਇਰ ਆਫੀਸ਼ੀਅਲਸ ਨੂੰ ਵੀ ਇਸ ਬਾਰੇ ਸੂਚਨਾ ਦਿੱਤੀ ਗਈ ਹੈ। ਸਰ ਇਹ ਚੌਥੀ ਵਾਰ ਹੈ ਸਰ, ਇਹ ਫੋਰਥ ਟਾਈਮ ਹੈ ਸਰ। FIR ਤਾਂ ਕਰਵਾਈ ਹੋਈ ਹੈ ਬਟ ਹਾਂਜੀ ਕਾਰਵਾਈ ਚੱਲ ਰਹੀ ਹੈ ਸਰ। ਸਰ ਹਾਇਰ ਆਫੀਸ਼ੀਅਲਸ ਨੂੰ ਬਾਰ-ਬਾਰ ਇਸ ਬਾਰੇ ਇਨਫੋਰਮ ਕੀਤਾ ਗਿਆ ਹੈ। ਡਾਕਟਰ ਅਰੁਣ ਬੰਸਲ ਹੈ, ਸਿਵਲ ਸਰਜਨ ਸਰ ਹੈ ਸਰ ਸਾਡੇ, ਉਹਨਾਂ ਨੂੰ ਇਸ ਬਾਰੇ ਇਨਫੋਰਮ ਕੀਤਾ ਗਿਆ ਹੈ ਸਰ। ਸਰ ਨਹੀਂ ਸਾਡੇ ਸਹੀ ਚਰਨਜੀਤ ਸਿੰਘ, ਚੌਂਕੀ ਮਾਡਲ ਟਾਊਨ, ਥਾਣਾ ਸਿਵਲ ਲਾਈਨ ਬਠਿੰਡਾ। ਇੱਥੇ ਜੀ ਰਾਤ ਸ਼ੀਸ਼ੇ ਵਗੈਰਾ ਤੋੜ ਕੇ ਚੋਰੀ ਹੋਈ ਹੈ।
ਹਲੇ ਉਹਦਾ ਅਸੀਂ ਬਣਾ ਕੇ ਲਿਸਟ ਸਾਨੂੰ ਦੇ ਰਹੇ ਹੈ। 3500 ਰੁਪਇਆ ਨਗਦ ਹੈ ਤੇ ਕੁਝ ਮੈਡੀਸਨ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਪਿਛਲੇ ਸਮੇਂ ਪੰਜਾਬ ਸਰਕਾਰ ਨੇ ਹਵਾਲਾਤੀਆਂ ਦੇ ਪਰਿਵਾਰ ਨਾਲ 1 ਘੰਟਾ ਕਮਰੇ ਵਿੱਚ ਮਿਲਣ ਦਾ ਉਪਰਾਲਾ ਕੀਤਾ ਸੀ, ਜਿਸ ਦੇ ਪਰਿਵਾਰ ਵੱਲੋਂ ਹੁੰਗਾਰਾ ਵੀ ਮਿਲਿਆ ਸੀ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵਿਆਹੁਤਾ ਸਬੰਧ ਨੂੰ ਮਿਲਣ ਦੇ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਹੋਈ ਹੈ, ਜਿਸ ਵਿੱਚ ਜੇਲ੍ਹ ਵਿੱਚ ਹਵਾਲਾਤੀਆਂ ਨੂੰ ਉਹਨਾਂ ਦੀਆਂ ਧਰਮ ਪਤਨੀਆਂ ਦੇ ਨਾਲ ਮਿਲਣ ਲਈ 2 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਇਹ ਕੇਂਦਰੀ ਜੇਲ੍ਹ ਗੁਰਦਾਸਪੁਰ ਹੈ। ਇਹਦੇ ਵਿੱਚ ਪੰਜਾਬ ਸਰਕਾਰ ਦੀ ਇੱਕ ਪਹਿਲ ਕਦਮੀ ਹੈ, ਜਿਹੜੀਆਂ ਕਿ ਦੇਸ਼ ਦੇ ਵਿੱਚੋਂ ਇੱਕ ਸਰਵੋਤਮ ਪਹਿਲ ਕਦਮੀ ਹੈ ਕਿ ਪਹਿਲਾਂ ਇਹਨਾਂ ਨੇ ਪਰਿਵਾਰਕ ਮੁਲਾਕਾਤਾਂ ਸ਼ੁਰੂ ਕਰਾਈਆਂ ਸੀ, ਜਿਸ ਦਾ ਬਹੁਤ ਹੀ ਭਰਵਾਂ ਹੁੰਗਾਰਾ ਸਮਾਜ ਵੱਲੋਂ ਔਰ ਅੰਦਰ ਬੰਦੀਆਂ ਵੱਲੋਂ ਮਿਲਿਆ ਹੈ ਅਤੇ ਉਹਨੇ ਬਾਹਰ ਸਮਾਜ ਦੇ ਵਿੱਚ ਔਰ ਜੇਲ੍ਹ ਦੇ ਅੰਦਰ ਇੱਕ ਬਹੁਤ ਹੀ ਸਾਜ਼ਗਾਰ ਮਾਹੌਲ ਦੀ ਸਥਾਪਨਾ ਕੀਤੀ ਹੈ, ਜਿਹਦੇ 'ਚ ਉਹਨਾਂ ਦੀ ਨਿੱਜੀ ਤੌਰ 'ਤੇ ਸੈਟਿਸਫੈਕਸ਼ਨ ਆਈ, ਉਹ ਸੰਤੁਸ਼ਟ ਮਹਿਸੂਸ ਕੀਤੇ ਗਏ ਨੇ ਜਿਹੜੇ ਅੰਦਰ ਬੰਦੀ ਆ ਕਿ ਉਹ ਆਪਣੇ ਪਰਿਵਾਰ ਨੂੰ ਇੱਕ ਕਮਰੇ ਦੇ ਵਿੱਚ ਮਿਲ ਸਕਦੇ ਨੇ, ਜਿਸ 'ਚ 5 ਮੈਂਬਰ ਅਸੀਂ ਇਜਾਜ਼ਤ ਕੀਤੀ ਸੀ। ਉਹਨਾਂ ਨੇ 1 ਘੰਟਾ ਵਾਸਤੇ ਮਿਲੇ ਨੇ। ਉਸ ਪ੍ਰੋਗਰਾਮ ਦੇ ਨਾਲ ਹੀ ਆਪਣੇ ਪੰਜਾਬ ਸਰਕਾਰ ਨੇ ਇੱਕ ਹੋਰ ਉਪਰਾਲਾ, ਜਿਸ ਦੀ ਅਗਵਾਈ ਸਾਡੇ ਸਪੈਸ਼ਲ ਡਾਇਰੈਕਟਰ ਜਨਰਲ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਕੀਤੀ ਹੈ, ਔਰ ਉਹਨਾਂ ਨੇ ਇੱਕ ਨਿੱਜੀ ਤੌਰ 'ਤੇ ਆਪਣੇ ਵਿਆਹੁਤਾ ਸੰਬੰਧ ਨੂੰ ਮਿਲਣ ਦੀ ਇਜਾਜ਼ਤ ਕੀਤੀ ਹੈ, ਜਿਹੜੀਆਂ ਅੱਜ ਦੇ ਦਿਨ ਦੇ ਵਿੱਚ ਅਸੀਂ ਗੁਰਦਾਸਪੁਰ ਜੇਲ੍ਹ ਤੋਂ ਸ਼ੁਰੂ ਕਰ ਰਹੇ ਹਾਂ। ਉਹਨਾਂ ਦੀਆਂ ਜਿਹੜੀਆਂ ਜ਼ਰੂਰੀ ID ਕਾਰਡ ਨੇ ਔਰ ਉਹਨਾਂ ਦੀਆਂ ਕੁਝ ਜ਼ਰੂਰੀ ਮੈਡੀਕਲ ਰਿਪੋਰਟਸ ਨੇ, ਉਹਨਾਂ ਨੂੰ ਅਸੀਂ ਦਰਿਆਫਤ ਕਰ ਲਿਆ ਗਿਆ ਹੈ, ਉਹ ਡਾਕਟਰਾਂ ਤੋਂ ਲੈ ਕੇ। ਉਦੋਂ ਬਾਅਦ ਉਹ ਜਿਹੜੇ ਪਤੀ ਪਤਨੀ ਆ ਉਹਨਾਂ ਦੇ ਆਪਸ 'ਚ ਮਿਲਣ ਦਾ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ, ਜਿਸ ਦਾ ਅਸੀਂ ਵਕਤ ਮਿਨੀਮਮ ਜਿਹੜਾ ਉਹਨਾਂ ਨੂੰ 2 ਘੰਟੇ ਦਿੱਤਾ ਗਿਆ ਹੈ। ਉਹਦੇ ਵਾਸਤੇ ਪ੍ਰੋਪਰ ਤੌਰ 'ਤੇ ਜਿਹੜੇ ਕਮਰੇ ਨੇ ਉੱਪਰ ਤਿਆਰ ਕੀਤੇ ਗਏ ਨੇ, ਜਿਸ 'ਚ ਇਸ ਚੀਜ਼ ਦਾ ਬਹੁਤ ਚੀਜ਼ ਨੂੰ ਮੱਦੇਨਜ਼ਰ ਰੱਖਿਆ ਗਿਆ ਹੈ ਕਿ ਉਹਨਾਂ ਦੀ ਜਿੰਨੀ ਵੀ ਇਹ ਮਿਲਾਪ ਆ, ਇਹਨੂੰ ਬਾਹਰੀ ਤੌਰ 'ਤੇ ਕਿਸੇ ਨੂੰ ਪਤਾ ਨਾ ਲੱਗੇ, ਤਾਂ ਕਿ ਉਹ ਆਪਣੇ ਸਹੀ ਤਰੀਕੇ ਦੇ ਨਾਲ ਜਿਹੜਾ ਅੰਦਰ ਦਾ ਅਤੇ ਬਾਹਰ ਦਾ ਸਫ਼ਰ ਕਰ ਸਕਣ। ਕਿੰਨੇ ਜੋੜੀਆਂ ਸਰ ਅੱਜ? ਇਹ ਸਾਡਾ ਪ੍ਰੋਗਰਾਮ ਕਰੀਬਨ ਅੱਜ 10 ਸਵਾ 10 ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਪਹਿਲੇ ਦਿਨ। ਇਹਦੇ 'ਚ ਕੁੱਲ ਅੱਜ ਦਾ ਸਾਡਾ ਜੋ ਦਰਿਆਫਤ ਹੋਇਆ, ਜਿਨ੍ਹਾਂ ਦੇ ਕਾਗਜ਼ ਆਧਾਰ ਕਾਰਡ ਔਰ ਦੂਸਰੀ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈ ਕਿ ਉਹ ਵਾਕਈ ਇੱਕ ਦੇ ਸ਼ਾਦੀशुदा ਨੇ, ਔਰ ਉਹ ਉਹਨਾਂ ਦੇ ਮੈਡੀਕਲ ਰਿਪੋਰਟਸ ਲਈਆਂ ਨੇ, ਕਾਲਾ ਪੀਲੀਆ ਨਾ ਹੋਵੇ, ਉਹਨਾਂ ਨੂੰ HIV ਵਗੈਰਾ ਨਾ ਹੋਵੇ, ਉਹਦੇ ਨਾਂ 'ਤੇ ਸਾਡੇ ਕੋਲ ਅੱਜ ਤੇ 6 ਜਿਹੜੇ ਜੋੜੇ ਨੇ ਉਹ ਤਿਆਰ ਹੋਏ ਨੇ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੈਨਰ ਹੇਠਾਂ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਕੇਂਦਰ ਸਰਕਾਰ ਕਿਸਾਨਾਂ ਨਾਲ ਧੋਖਾ ਕਰਦੀ ਆ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਵਾਅਦੇ ਕਰਕੇ ਮੁੱਕਰ ਰਹੀ ਹੈ। ਮੰਗਾਂ ਪੂਰੀਆਂ ਕਰਵਾਉਣ ਲਈ ਧਰਨੇ ਦਿੱਤੇ ਜਾ ਰਹੇ ਹਨ। ਇੱਕ ਧਰਨਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਵੱਲੋਂ ਹੈ, ਜਿਹਦੇ ਵਿੱਚ ਨਾਨ ਪੋਲੀਟੀਕਲ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਨੇ। ਤੇ ਅੱਜ ਧਰਨਾ ਜਿਹੜਾ ਲਾਇਆ, ਇਹ ਧਰਨਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਵਿੱਚ ਲਟਕਾਉਂਦੀ ਆ, ਉਹਨਾਂ ਦੇ ਵਿਰੁੱਧ ਲਾਇਆ ਗਿਆ। ਕਿਉਂਕਿ ਕੇਂਦਰ ਸਰਕਾਰ ਨੇ ਤਾਂ MSP ਤੋਂ ਲੈ ਕੇ ਧਰਨੇ ਦੇ ਵਿੱਚ ਜੋ ਪਹਿਲੇ ਦਿੱਲੀ ਠਾਲਡ ਵੇਲੇ ਕੀਤੇ ਸੀ, ਉਹ ਕੋਈ ਲਾਗੂ ਨਹੀਂ ਕਰਿਆ। ਜਿਸ ਤਰ੍ਹਾਂ ਲਖੀਮਪੁਰ ਖੀਰੀ ਵਾਲਾ MSP ਵਾਲਾ, ਉਹ ਮਸਲੇ ਸਾਡੇ ਕੇਸ ਲੋਕਾਂ 'ਤੇ ਦਰਜ ਹੋਏ, ਅਜੇ ਤੱਕ ਰੁਲਦੇ ਫਿਰਦੇ ਵਾਪਸ ਨਹੀਂ ਲਏ। ਤੇ ਪੰਜਾਬ ਸਰਕਾਰ ਆ ਜਿਹੜੀ, ਇਹਨੇ ਕਿਸਾਨਾਂ ਨਾਲ ਅੱਜ ਤੱਕ ਜਿੰਨੇ ਵੀ ਵਾਅਦੇ ਕੀਤੇ, ਕੋਈ ਵੀ ਵਾਅਦਾ ਜਿਹੜਾ ਉਹਨਾਂ ਵਿੱਚੋਂ ਸਿਰੇ ਨਹੀਂ ਲੱਗਿਆ। ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਪਹਿਲਾਂ ਆਪਣਾ ਇਹ ਕਰ ਲਿਆ ਕਿ ਸਿੱਧੀ ਬਿਜਾਈ ਝੋਨੇ ਦੀ ਕਰੋ, 1500 ਰੁਪਇਆ ਪਰ ਏਕੜ ਤੁਹਾਡੇ ਖਾਤਿਆਂ 'ਚ ਪਾ ਦਿੱਤਾ ਜਾਏ। ਝੋਨਾ ਵੱਢ ਹੋ ਗਿਆ, ਪਰ 1500 ਰੁਪਇਆ ਪਤਾ ਨਹੀਂ ਅਜੇ ਕਿੱਥੇ ਰੁਲਦਾ ਫਿਰਦਾ, ਅਜੇ ਵੀ ਸਾਨੂੰ ਲੱਭ ਨਹੀਂ ਰਿਹਾ ਉਹ ਕਿੱਥੇ ਹੈ। ਦੂਜਾ ਮਸਲਾ, ਇਸ ਸਾਲ ਝੋਨੇ ਦੇ ਵਿੱਚ ਬੂਟਾ ਛੋਟਾ ਰਹਿਣ ਵਾਲੀ ਬਿਮਾਰੀ, ਜਿਹਨੂੰ ਇਹਨਾਂ ਨੇ ਚੀਨੀ ਵਾਇਰਸ ਦਾ ਨਾਂ ਦੇ ਦਿੱਤਾ, ਕਿਉਂਕਿ ਜਦ ਕੋਈ ਕਾਬੂ ਵਿੱਚ ਇੰਡੀਆ ਦੇ ਵਿੱਚ ਚੀਜ਼ ਨਾ ਆਵੇ ਤਾਂ ਉਹ ਚੀਨ ਦੇ ਨਾਂ ਲਾ ਦਿੱਤੀ ਜਾਂਦੀ ਹੈ। ਉਹ ਚੀਨੀ ਵਾਇਰਸ ਨੇ ਜਿੰਨੇ ਕਿਸਾਨਾਂ ਦਾ ਝੋਨਾ ਬਰਬਾਦ ਕਰਿਆ ਹੈ। ਅਜੇ ਇੱਕ ਹਫ਼ਤਾ ਪਹਿਲਾਂ ਅਸੀਂ ਖੇਤੀ ਮੰਤਰੀ ਨੂੰ ਮਿਲ ਕੇ ਆਏ ਆ, ਪੰਜਾਬ ਦੀ ਟੀਮ ਡੱਲੇਵਾਲ ਸਾਹਿਬ ਵੀ ਨਾਲ ਸੀ, ਕਿ ਉਹਨਾਂ ਦੀ ਗਰਦੌਰੀ ਵਿਸ਼ੇਸ਼ ਕਰਾ ਕੇ ਉਹਨਾਂ ਕਿਸਾਨਾਂ ਦੀ ਕੋਈ ਮਦਦ ਕਰੋ। ਸਾਡੇ ਬੈਠਿਆਂ ਤੇ ਮੰਤਰੀ ਸਾਹਿਬ ਨੇ FCR ਨੂੰ ਫੋਨ ਕਰਕੇ ਵੀ ਕਹਿ ਦਿੱਤਾ ਕਿ DCR ਨੂੰ ਹੁਕਮ ਕਰ ਦਿਓ, ਇੱਕ ਹਫ਼ਤੇ ਦੇ ਵਿੱਚ ਗਰਦੌਰੀ ਹੋ ਜਾਵੇ। ਪਰ ਅਸੀਂ ਅਜੇ ਪਿੰਡਾਂ 'ਚ ਪਟਵਾਰੀਆਂ ਨੂੰ ਟੋਲਦੇ ਫਿਰਦੇ ਕਿ ਪਟਵਾਰੀ ਕਦ ਆਊਗਾ। ਜੇ ਬਾਰਿਸ਼ ਨਾ ਪੈਂਦੀ ਤਾਂ ਝੋਨਾ ਵੱਢਿਆ ਜਾਣਾ, ਝੋਨਾ ਵੱਢੇ ਤੋਂ ਬਾਅਦ ਵਿੱਚ ਗਰਦੌਰੀ ਕਿਸ ਤਰ੍ਹਾਂ ਹੋਊਗੀ ਵੀ ਕਿਹੜੇ ਦਾ ਖਰਾਬ ਹੋਇਆ ਕਿਹੜੇ ਦਾ ਠੀਕ ਹੋਇਆ।
ਉਸ ਤੋਂ ਬਾਅਦ ਆ ਜੋ ਲੰਬੀ ਸਕਿਨ ਦੀ ਬਿਮਾਰੀ ਨੇ ਪਸ਼ੂਆਂ ਦਾ ਲੱਖਾਂ ਦੇ ਵਿੱਚ ਨੁਕਸਾਨ ਪੰਜਾਬ ਵਿੱਚ ਕਰ ਦਿੱਤਾ ਹੈ। ਜਿਹੜਾ ਸਰਕਾਰ ਨੇ ਬੰਨ ਲਿਆ ਕਿ ਅਸੀਂ ਉਹਨਾਂ ਦੀ ਗਿਣਤੀ ਮਿਣਤੀ ਕਰਾ ਕੇ ਜਿਹੜੇ ਲੋਕਾਂ ਦਾ ਬਹੁਤਾ ਨੁਕਸਾਨ ਹੋਇਆ ਉਹਨਾਂ ਦਾ ਕੁਛ ਨਾ ਕੁਛ ਸਹਾਇਤਾ ਕਰਾਂਗੇ, ਪਰ ਅਜੇ ਤੱਕ ਸਾਨੂੰ ਪਿੰਡਾਂ ਵਿੱਚ ਇਹ ਵੀ ਪਤਾ ਨਹੀਂ ਹੈਗਾ ਵੀ ਕੌਣ ਆਇਆ ਜਾਂ ਕਿਹਦੇ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ। ਜਦੋਂ ਗਿਣਤੀ ਉਹ ਨਹੀਂ ਹੋਈ ਤਾਂ ਸਾਨੂੰ ਦਊਗੇ ਕਿਆ ਮਿਲੂਗਾ। ਅਜਿਹੀਆਂ ਮਸਲਾ ਬਹੁਤ ਜ਼ਿਆਦਾ ਹੈਗੀਆਂ ਜਿਹੜੀਆਂ ਸਾਡੀਆਂ ਮੰਗਾਂ, ਉਹਨਾਂ ਮੰਗਾਂ ਦੇ ਸੰਬੰਧ ਵਿੱਚ ਅਸੀਂ ਅੱਜ ਧਰਨਾ ਲਾਇਆ ਵੀ ਪੰਜਾਬ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਤੇ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਦਿੱਲੀ ਸਾਲ ਵੇਲੇ ਉਹ ਪੂਰੇ ਕਰੇ, ਨਹੀਂ ਤਾਂ ਅਸੀਂ ਆਪਣੇ ਇਹਦਾ ਧਰਨੇ ਆ ਜਿਹੜੇ ਜਾਰੀ ਰੱਖਾਂਗੇ ਤੇ ਆਪਣੀਆਂ ਮੰਗਾਂ ਪੂਰੀਆਂ ਕਰਾ ਕੇ ਹੀ ਬੰਦ ਕਰਾਂਗੇ। ਕੀ ਨਾਮ ਹੈ? ਬੇਰ ਸਿੰਘ ਥੇੜੀ, ਪ੍ਰੈਸ ਸਕੱਤਰ ਪੰਜਾਬ। ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨਗਰ ਕੌਂਸਲ ਖੰਨਾ ਵੱਲੋਂ ਸਵੱਛਤਾ ਲੀਗ ਰੈਲੀ ਪ੍ਰਤੀਯੋਗਿਤਾ ਦੇ ਤਹਿਤ ਅੱਜ ਨਗਰ ਕੌਂਸਲ 'ਚ ਪ੍ਰੋਗਰਾਮ ਉਲੀਕਿਆ ਗਿਆ। ਰੈਲੀ ਦੌਰਾਨ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾਓ, ਸਾਫ਼ ਸਫਾਈ ਰੱਖੋ, ਜਨ ਅੰਦੋਲਨ ਚਲਾਓ ਤਾਂ ਜੋ ਖੰਨਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ। ਅਰਬਨ ਅਫੇਅਰਸ ਵੱਲੋਂ ਇੱਕ ਸਵੱਛਤਾ ਲੀਗ ਇਵੈਂਟ ਹੈ ਜਿਹੜਾ ਚਲਾਇਆ ਗਿਆ ਸੀ। ਨਗਰ ਕੌਂਸਲ ਖੰਨਾ ਤੇ ਬਾਕੀ 9 NGOs ਨੇ ਇਹਦੇ ਵਿੱਚ ਭਾਗ ਲਿਆ। ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਤੇ ਮਾਣ ਵੀ ਮਹਿਸੂਸ ਹੋਇਆ ਕਿ ਜਨ ਭਾਗੀਦਾਰੀ ਦਾ ਇਵੈਂਟ ਸੀ ਤੇ ਜਨ ਭਾਗੀਦਾਰੀ ਹੋਈ ਹੈ ਤੇ ਵੱਧ ਤੋਂ ਵੱਧ ਲੋਕਾਂ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਸੇ ਤਰ੍ਹਾਂ ਹੀ ਆਪਣਾ ਸ਼ਹਿਰ ਹੈ ਜਿਹੜਾ ਸਾਫ਼ ਸੁਥਰਾ ਕਰਦੇ ਰਹਿਣਗੇ। ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਇਸ ਲੀਗ ਦੇ ਵਿੱਚ ਅੱਜ ਪਾਰਟਿਸਿਪੇਟ ਕੀਤਾ ਤੇ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਆਪਣੇ ਘਰ ਦੇ ਵਿੱਚ ਕੂੜਾ ਪਲੀਜ਼ ਅਲੱਗ-ਅਲੱਗ ਕਰਨਾ ਸ਼ੁਰੂ ਕਰੋ ਤਾਂ ਜੋ ਆਪਣਾ ਸ਼ਹਿਰ ਸਾਫ਼ ਕਰ ਸਕੇ। ਥੈਂਕ ਯੂ ਸੋ ਮਚ। ਅਸੀਂ ਅੱਜ ਸਾਈਕਲ ਰੈਲੀ ਕੱਢੀ ਹੈ ਮਿਊਨਿਸਪਲ ਕਮੇਟੀ ਖੰਨਾ ਦੇ ਤੇ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਤਾਂ ਜੋ ਖੰਨੇ ਨੂੰ ਸਵੱਛ ਬਣਾ ਸਕੀਏ। ਇਹ ਸਵੱਛ ਜਿਹੜਾ ਭਾਰਤ ਹੈ ਉਹਦੇ ਮਿਸ਼ਨ ਦੇ ਅਧੀਨ ਅਸੀਂ ਅੱਜ ਇੱਥੇ ਆਏ ਹਾਂ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ, ਖੰਨੇ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਇਹਦੇ ਵਿੱਚ ਸਹਿਯੋਗ ਦਿਓ ਤੇ ਜਿਹੜੇ ਬੰਦਿਆਂ ਨੇ ਅੱਜ ਸਹਿਯੋਗ ਦਿੱਤਾ ਹੈ ਉਹਨਾਂ ਦਾ ਅਸੀਂ ਧੰਨਵਾਦੀ ਹਾਂ। ਜਿਹੜੇ ਘਰ ਸੁੱਤੇ ਪਏ ਰਹੇ ਨੇ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਅੱਜ ਰੈਲੀ ਕੱਢੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੰਨੇ ਨੂੰ ਵਧੀਆ ਤੇ ਸੁੰਦਰ ਬਣਾਵਾਂਗੇ, ਸਵੱਛ ਭਾਰਤ ਨਾਲ ਜੋੜਾਂਗੇ ਇਹਨਾਂ ਨੂੰ ਤੇ ਤੁਹਾਡਾ ਧੰਨਵਾਦ ਜੀ, ਤੁਸੀਂ ਇੱਥੇ ਕੰਮ ਕਰੋ। ਅੱਜ ਦੀ ਜਿਹੜੀ ਹੈ ਜੀ ਇਹ ਸਵੱਛ ਭਾਰਤ ਅਭਿਆਨ ਜਿਹੜੀ ਚੱਲ ਇਵੈਂਟ ਚੱਲ ਰਿਹਾ, ਸਭ ਤੋਂ ਪਹਿਲਾਂ ਧੰਨਵਾਦ ਹੈ ਸਾਰੇ ਤੁਹਾਨੂੰ। ਸਾਡੀ ਆਪਣੀ ਜ਼ਿੰਮੇਵਾਰ ਹੈ ਆਪਣਾ ਕੂੜਾ, ਆਪਣਾ ਸ਼ਹਿਰ, ਆਪਣੀ ਸਫਾਈ, ਇਹ ਗੱਲ ਨੂੰ ਆਪਾਂ ਮਹੱਤਵ ਦਈਏ। ਕੱਲੀ ਨਗਰ ਕੌਂਸਲ ਦੀ ਜ਼ਿੰਮੇਵਾਰੀਆਂ ਚਲੋ ਉਹਨਾਂ ਦੀ ਜ਼ਿੰਮੇਵਾਰੀਆਂ ਹੈਗੀਆਂ, ਬਟ ਇਹ ਵੀ ਸਾਡੇ ਵੀ ਘਰਾਂ ਦੇ ਵਿੱਚ ਮੈਂ ਤਾਂ ਇਹੀ ਬੇਨਤੀ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਖੰਨੇ ਨੂੰ ਸਾਫ਼ ਸੁਥਰਾ ਰੱਖੇ, ਇਸ ਮਿਸ਼ਨ ਨੂੰ ਕਾਮਯਾਬ ਰਹੇ। ਆਪਾਂ ਇੱਥੇ ਤੱਕ ਸੀਮਿਤ ਨਾ ਰੱਖੇ, ਘਰ ਦਾ ਕੂੜਾ, ਗਲੀ ਦਾ ਕੂੜਾ, ਆਪਣੀ ਮੁਹੱਲੇ ਦਾ ਕੂੜਾ ਸਮਝ ਕੇ ਆਪਣਾ ਜੋ ਵੀ ਬਾਹਰ ਨੂੰ ਕੱਢੀਏ ਤੇ ਨਗਰ ਕੌਂਸਲ ਦਾ ਵੀ ਸਾਥ ਦਈਏ। ਜਿੱਥੇ ਨਗਰ ਕੌਂਸਲ ਦੀ ਲੋੜ ਹੈ ਆਪਾਂ ਉਹਨਾਂ ਨੂੰ ਨਾਲ ਲਈਏ, ਜੇ ਸਾਡੀ ਲੋੜ ਹੈ ਅਸੀਂ ਉਪਰਾਲਾ ਕਰਦੇ ਰਹੇ। ਆਪਣੇ ਖੰਨਾ ਸ਼ਹਿਰ ਨੂੰ ਹਮੇਸ਼ਾ ਇਸ ਤਰ੍ਹਾਂ ਸਾਫ਼ ਸੁਥਰਾ ਰੱਖਣ ਦੀ ਅਸੀਂ 100% ਕੋਸ਼ਿਸ਼ ਕਰੀਏ। ਇਹਨਾਂ ਕਰਨ ਲਈ ਤੁਹਾਡਾ ਵੀ ਧੰਨਵਾਦ ਹੈ। ਸਾਰੇ ਲੋਕਾਂ ਨੇ ਜਿਹੜਾ ਅੱਜ ਇਹਦੇ ਪਾਰਟਿਸਿਪੇਟ ਕੀਤਾ, ਸਾਰਿਆਂ ਦਾ ਧੰਨਵਾਦ ਹੈ ਜੀ। ਕਪੂਰਥਲਾ ਦੇ RCF ਦੇ ਬਾਹਰ ਝੁੱਗੀਆਂ ਵਿੱਚ ਪ੍ਰਵਾਸੀ ਮਜ਼ਦੂਰ ਦੀ ਦਰਿੰਦਗੀ ਦਾ ਸ਼ਿਕਾਰ ਹੋਈ 4 ਸਾਲਾਂ ਦੇ ਬੱਚੇ ਦੇ ਜਨਮ ਕਾਰਵਾਈ 50,000 ਦੀ ਪਾਲਿਸੀ ਦੇ ਕਾਗਜ਼ ਅੱਜ ਹਿਊਮਨ ਰਾਈਟਸ ਪ੍ਰੈਸ ਕਲੱਬ ਦੇ ਚੇਅਰਮੈਨ ਨੂੰ ਸੌਂਪੇ ਗਏ। ਉਹਨਾਂ ਕਿਹਾ ਕਿ ਸਾਡੀ ਸੰਸਥਾ ਹਮੇਸ਼ਾ ਇਹਨਾਂ ਕੰਮਾਂ ਲਈ ਤਿਆਰ ਰਹਿੰਦੀ ਹੈ। ਮੈਡਮ ਅੱਜ ਜਿਹੜੇ ਕਿ ਤੁਹਾਡੇ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਕਹਿ ਰਹੇ ਕਿ ਇੱਕ ਉਹਨਾਂ ਦੇ ਬੱਚੇ ਦੇ ਨਾਮ ਤੇ ਇੰਸ਼ੋਰੈਂਸ ਦਿੱਤੀ ਗਈ, ਕੀ ਮਾਮਲਾ ਕਿਸ ਜਿਹਨੂੰ ਲੈ ਕੇ ਜਰਾ? ਇਹ ਪ੍ਰਵਾਸੀ ਮਜ਼ਦੂਰ ਹੈ, ਇਹਦੀ ਬੇਟੀ ਨਾਲ ਅੱਜ ਤੋਂ 4 ਸਾਲ ਪਹਿਲਾਂ ਜਿਹੜੀ ਕਿ 4 ਸਾਲ ਦੀ ਹੈ, ਛੋਟੀ ਜਿਹੀ ਗੁੜੀਆ ਸੀਗੀ, ਉਹਦੇ ਨਾਲ ਰੇਪ ਹੋਇਆ। ਰੇਪ ਵੀ ਇੰਨਾ ਸੀਵੀਅਰ ਸੀਗਾ ਕਿ ਉਹਦਾ ਯੂਟਰਸ ਤੱਕ ਰਿਮੂਵ ਕਰਨਾ ਪਿਆ ਹੈਗਾ। ਥੈਂਕਸ ਗੋਡ ਕਿ ਉਹ ਬੱਚਾ ਬਚ ਗਿਆ ਹੈਗਾ ਤੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋਈ ਹੈਗੀ ਜਿਹਨੇ ਰੇਪ ਕੀਤਾ ਸੀ। ਬੀਇੰਗ ਚੇਅਰਮੈਨ ਹਿਊਮਨ ਰਾਈਟਸ ਪ੍ਰੈਸ ਕਲੱਬ ਅੱਜ ਅਸੀਂ ਇਹਨਾਂ ਦੇ ਬੱਚੇ ਦੇ ਨਾਂ 'ਤੇ ਜਿਹੜੀ ਰਜਿਸਟਰ ਸੁਸਾਇਟੀ ਹੈ ਕਰਾਈ ਹੋਈ ਸੀਗੀ ਇੰਸ਼ੋਰੈਂਸ, ਅੱਜ ਬੱਚੇ ਦੇ ਨਾਮ 'ਤੇ 50,000 ਦੀ ਚੈੱਕ ਮਿਲਿਆ ਹੈਗਾ। ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਹੈਪੀ ਜੱਟ ਗੈਂਗਸਟਰ ਦੇ 4 ਸ਼ਾਰਪ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਅੱਜ ਪੁਲਿਸ ਨੇ ਇਹਨਾਂ ਨੂੰ ਰਿਮਾਂਡ ਤੇ ਲੈ ਲਿਆ ਤੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮਸ SP ਸਾਹਿਬਾਨ ਦੇ ਸੁਪਰਵਿਜ਼ਨ 'ਚ ਜੰਡਿਆਲਾ ਪੁਲਿਸ ਵੀ ਇਹਦੇ 'ਚ ਇਨਵੋਲਵ ਸੀਗੀ ਤੇ CA ਇੰਚਾਰਜ ਵੀ। ਹੈਪੀ ਜੱਟ ਦੇ 4 ਬੰਦੇ ਗ੍ਰਿਫਤਾਰ ਕੀਤੇ ਗਏ। 3 ਬੰਦੇ ਤਾਂ ਗ੍ਰਿਫਤਾਰ ਪੁਲਿਸ ਨੇ ਕੀਤੇ। ਪੁਲਿਸ ਦਾ ਪ੍ਰੈਸ਼ਰ ਹੋਇਆ, ਰੇਡਸ ਚੱਲ ਰਹੀ ਸੀਗੀਆਂ
ਤੇ ਚੌਥਾ ਜਿਹੜਾ ਸੀਗਾ ਜੁਡੀਸ਼ੀਅਲ ਅਫਸਰ ਕੋਲੇ ਪੇਸ਼ ਹੋ ਗਿਆ। ਇਨਵੈਸਟੀਗੇਸ਼ਨ 'ਚ ਇਹ ਰਿਵੀਲ ਹੋਇਆ ਹੈ ਕਿ ਹੈਪੀ ਜੱਟ ਦੇ ਇੱਕ ਖਾਸ ਸਿੰਪੈਥਾਈਜ਼ਰਸ ਕਹਿ ਲਓ ਜਾਂ ਸਪੋਰਟਰਸ ਕਹਿ ਲਓ, ਐਸੋਸੀਏਟਸ ਕਹਿ ਲਓ, ਉਹ ਸੀਗੇ ਤੇ ਇਹਨਾਂ ਨੇ ਜੱਗੂ ਭਗਵਾਨਪੁਰੀ ਦੇ 2 ਐਸੋਸੀਏਟਸ ਦਾ ਨੂੰ ਐਲੀਮੀਨੇਟ ਕਰਨਾ ਸੀਗਾ। ਹੈਪੀ ਜੱਟ ਜਿਹੜਾ ਹੈ ਉਹ ਜੰਡਿਆਲੇ ਦਾ ਰਹਿਣ ਵਾਲਾ ਹੈ, ਭਗੌੜਾ ਹੈ, 3 ਮਰਡਰ ਕੇਸਿਸ 'ਚ ਵਾਂਟਡ ਹੈ, 8-9 ਪਰਚੇ ਹੋਰ ਵੀ ਉਹਦੇ ਤੇ ਦਰਜ ਹੈ ਤੇ ਇਹ ਜਿਹੜੇ 4 ਬੰਦੇ ਗ੍ਰਿਫਤਾਰ ਹੋਏ ਹੈ ਇਹਨਾਂ 'ਚੋਂ 16 ਪਰਚੇ ਇਹਨਾਂ ਤੇ ਦਰਜ ਹੈ, ਲੁੱਟ ਖੋਹ ਦੇ, ਐਕਸਟੋਰਸ਼ਨ ਦੇ, ਮਰਡਰ ਦੇ, ਹਾਈਵੇ ਰੋਬਰੀ ਦੇ ਤੇ ਕੰਟਰਾਬੈਂਡ ਡਰੱਗ ਸਮਗਲਿੰਗ ਦੇ ਤੇ ਆਰਮਸ ਸਮਗਲਿੰਗ ਦੇ, ਆਰਮਸ ਐਕਟ ਦੇ ਵੀ। ਤੇ ਇਹਨਾਂ ਨੇ ਰੈਕੀ ਜਿਹੜੀ ਕੀਤੀ ਸੀਗੀ ਉਹ ਬਹੁਤ ਐਲੈਬੋਰੇਟ ਰੈਕੀ ਕੀਤੀ ਸੀਗੀ। ਗੈਟਵੇ ਵਾਹੀਕਲ ਵੀ ਜਿਹੜੀ ਜਿਸ ਗੱਡੀ 'ਚ ਇਹਨਾਂ ਨੇ ਫਰਾਰ ਹੋਣਾ ਸੀਗਾ ਉਹ ਵੀ ਸਾਨੂੰ ਮਿਲ ਗਈ ਹੈ ਤੇ ਹਰਿਆਣੇ 'ਚ ਕੁਛ ਇੱਦਾਂ ਦੀ ਠਹਿਰਾਂ ਸੀਗੀਆਂ ਜਿਹੜੀ ਇਹਨਾਂ ਨੇ ਆਇਡੈਂਟੀਫਾਈ ਵੀ ਕੀਤੀ ਸੀਗੀਆਂ, ਉਹ ਵੀ ਸਾਨੂੰ ਪਤਾ ਲੱਗਿਆ ਹੈ। ਵੈਪਨ ਜਿਹੜੇ ਸੀਗੇ ਇਹ MP ਤੋਂ ਲੈ ਕੇ ਆਏ ਸੀਗੇ, ਇੰਦੌਰ ਤੋਂ, ਉਹ ਵੀ ਆਇਡੈਂਟੀਫਾਈ ਹੋ ਚੁੱਕਾ ਹੈ ਕਿ ਕਿੱਧਰੋਂ ਲੈ ਕੇ ਆਏ, ਕੌਣ ਇਹਨਾਂ ਦਾ ਵੈਪਨ ਸਪਲਾਇਰ ਸੀਗਾ। ਕੁਛ ਐਮੂਨੀਸ਼ਨ ਵੀ ਬਰਾਮਦ ਹੋਇਆ ਤੇ ਕਾਫੀ ਵੱਡੀ ਇਹਨਾਂ ਨੇ ਇਹ ਪਬਲਿਕ ਟਾਈਪ ਐਲੀਮੀਨੇਟ ਕਰਨਾ ਸੀਗਾ, ਮਾਰਨਾ ਵੀ ਸੀਗਾ ਤੇ ਦਹਿਸ਼ਤ ਪਾਉਣ ਲਈ ਮਾਰਨਾ ਸੀਗਾ। ਸਰ ਤੁਸੀਂ ਕਿਹਾ ਕਿ ਇਹਨਾਂ ਦੇ ਰਾਈਵਲ ਗਰੁੱਪ ਸੀਗਾ ਜੱਗੂ ਦਾ ਜੀ ਜੀ ਇਹਨਾਂ ਦਾ ਬੰਬੀਆ ਗਰੁੱਪ ਦੇ ਨਾਲ ਵੀ ਕੋਈ ਸੀਗਾ? ਨਹੀਂ, ਹਾਲੇ ਤੱਕ ਨਹੀਂ ਆਇਆ ਸਾਹਮਣੇ ਕੁਝ। ਹਾਂ, ਹਾਲੇ ਤੱਕ ਸਾਹਮਣੇ। ਮੇਜਰ ਇਹਨਾਂ ਦੇ ਖਿਲਾਫ ਕਿਹੜੇ FIRs ਨੇ ਜਾਂ ਪਿੱਛੇ 16 ਪਰਚੇ हैं, इन चारों के तो 16 परचे हैं। ਉਹਦੇ 'ਚ एक्सटॉर्शन है जी, आर्म्ड डिकॉइटी है, कॉन्ट्राबैंड स्मगलिंग है, आर्म्स स्मगलिंग है, मर्डर ਦੇ ਵੀ ਪਰਚੇ हैं। ਇਹਨਾਂ ਨੂੰ ਸਾਰਾ ਐਲੀਮੀਨੇਟ ਕਰਨਾ ਸੀ, ਉਹਨਾਂ ਦਾ ਆਇਡੈਂਟੀਫਾਈ ਹੈ? ਉਹ ਆਇਡੈਂਟੀਫਾਈਡ ਹੈ ਲੇਕਿਨ ਮੈਂ ਉਹ ਰਿਵੀਲ ਨਹੀਂ ਕਰ ਸਕਦੇ ਸਿਕਿਉਰਿਟੀ। ਪਿਸਟਲ ਕਿਹੜੇ ਸੀ ਇੰਪੋਰਟੈਂਟ ਸੀ? ਨਹੀਂ, ਪਿਸਟਲ ਕੰਟਰੀ ਮੇਡ ਪਿਸਟਲਸ ਹੈ, ਵਧੀਆ ਮੇਕ ਹੈ ਉਹਨਾਂ ਦਾ, 3 32 ਬੋਰ ਦੇ ਤੇ ਇੱਕ ਜਿਹੜਾ ਹੈ ਉਹ 30 ਬੋਰ ਦਾ ਪਿਸਟਲ। ਸਰ ਲਿਆਂਦੇ ਕਿੱਥੋਂ ਗਏ ਸੀ? ਕਿੰਨੇ ਪਿਸਟਲ? ਇੰਦੌਰ ਤੋਂ ਲੈ ਕੇ ਆਏ ਸੀਗੇ ਜੀ। ਕਿਹੜੇ ਸੈਕਸ਼ਨ ਨੇ? ਹਾਂਜੀ, ਕਿਹੜੇ ਸੈਕਸ਼ਨ ਨੇ ਪ੍ਰੋਵਾਈਡ ਕਰਵਾਏ ਸੀ ਸਰ? ਪਤਾ ਕੁਛ ਇਹਦੇ ਉਹ ਲੱਗਿਆ ਪਤਾ ਸਰ, ਉਹ ਲੱਗਿਆ, ਆਇਡੈਂਟੀਫਾਈਡ ਹੈ, ਟੀਮ ਬੈਠੀ ਹੋਈ ਸਾਡੀ ਇੰਦੌਰ। ਸਰ ਜੱਗੂ ਭਗਵਾਨਪੁਰੀ ਦੇ 3 ਪੇਸ਼ੀਆਂ ਹੋਈਆਂ ਨੇ ਅੰਮ੍ਰਿਤਸਰ ਕੋਰਟ ਦੇ ਵਿੱਚ, ਉਸ ਦੌਰਾਨ ਕੋਈ ਰੈਕੀ ਕੀਤੀ ਗਈ ਇਹਨਾਂ ਨੇ ਜੱਗੂ ਦੀ? ਉਸ ਦੌਰਾਨ ਹੁਣ ਤੱਕ ਤਾਂ ਸਾਹਮਣੇ ਨਹੀਂ ਆਇਆ ਕਿ ਰੈਕੀ ਕੀਤੀ ਹੈ, ਬਟ ਯੈਸ ਸਸਟੇਨਡ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੇ ਕੁਛ ਨਾ ਕੁਛ ਕੀਤਾ। ਜੱਗੂ ਵੀ ਟਾਰਗੇਟ ਸੀਗਾ? ਜੱਗੂ ਟਾਰਗੇਟ ਤਾਂ ਐਸਾ ਨਹੀਂ ਸੀਗਾ, ਬਟ ਇਹਨਾਂ ਦੇ ਜਿਹੜੇ ਜੱਗੂ ਦੇ ਜਿਹੜੇ ਸਾਥੀ ਸੀਗੇ ਉਹ ਡੈਫੀਨੇਟਲੀ ਟਾਰਗੇਟ ਸੀ। ਸਰ ਇਹ ਗੈਂਗਵਾਰ ਵੀ ਇਸ ਤਰ੍ਹਾਂ ਸੀ, ਗੈਂਗਵਾਰ ਹੀ ਹੋਣੀ ਸੀ? ਇਹ ਗੈਂਗਵਾਰ ਨਹੀਂ, ਵਰਚਸਵ ਦੀ ਲੜਾਈ ਤੁਸੀਂ ਕਹਿ ਸਕਦੇ ਹੋ। ਆਪਸ ਵਿੱਚ ਹਮਲਾ ਕਰਦੇ ਨੇ ਫਿਰ ਗੈਂਗਵਾਰ ਹੀ? ਹਾਂਜੀ, ਵਰਚਸਵ ਦੀ ਲੜਾਈ ਸੀ। ਭਾਰਤੀ ਜਨਤਾ ਪਾਰਟੀ ਵੱਲੋਂ ਦੂਸਰੀ ਜਨਤਾ ਵਿਧਾਨ ਸਭਾ ਜਲੰਧਰ ਵਿੱਚ ਕੀਤੀ ਗਈ, ਜਿਸ ਵਿੱਚ ਆਮ ਲੋਕਾਂ ਤੋਂ ਇਲਾਵਾ ਪਾਰਟੀ ਦੇ ਦਿਗਜ ਨੇਤਾ ਹਾਜ਼ਰ ਹੋਏ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਤੇ ਕੋਈ ਸੁਧਾਰਨ ਵਾਲਾ ਨਹੀਂ ਹੈ। ਉਹ ਨੇ ਇਹਨਾਂ ਦਾ ਜਿਹੜਾ ਅਸਲ ਚਿਹਰਾ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਸਾਹਮਣੇ ਰੱਖਤਾ ਸੀਗਾ, ਉਹ ਲੋਕ ਭੁੱਲ ਗਏ। ਪਰ ਇਹਨਾਂ ਗੱਲਾਂ ਕਰਕੇ ਅੱਜ ਜਿਹੜਾ ਸ਼ੱਕ ਉੱਠ ਰਿਹਾ ਹੈ ਕਿ ਇਹ ਸਾਰਾ ਕੁਝ ਕਿਤੇ ਸਰਕਾਰ ਦੀ ਸ਼ਹਿ ਦੇ ਅੰਦਰ ਤਾਂ ਨਹੀਂ ਹੋ ਰਿਹਾ, ਕਿਤੇ ਇਹਨਾਂ ਦੀ ਕਮਜ਼ੋਰੀ ਨੂੰ ਦੇਖ ਕੇ ਤਾਂ ਨਹੀਂ ਹੋ ਰਿਹਾ। ਬਹੁਤ ਸਾਰੇ ਸਵਾਲ ਹੈ ਜਿਹਦਾ ਭਗਵੰਤ ਮਾਨ ਜੀ ਨੂੰ ਮਾਜਾ ਇੱਕ ਐਸੇ ਭਗਵੰਤ ਮਾਨ ਜੀ ਇਹਦੇ ਤੇ ਜਵਾਬ ਦੇਣ ਵੀ ਤੁਹਾਡਾ ਕੀ ਸਟੈਂਡ ਕੀ ਹੈ। ਗੋਲਮੋਲ ਗੱਲ ਨਾ ਕਰ, ਸਪਸ਼ਟ ਕਰਨ ਦੇ ਕਿੱਥੇ ਖੜੇ ਹੋ ਤੁਸੀਂ, ਤੁਹਾਡਾ ਕੋਈ ਇਸ ਕਿਸਮ ਦਾ ਪੰਜਾਬ ਕਰਨੀ ਕੀ ਸੋਚ ਹੈ। ਬਿਕੋਜ਼ ਵੱਖਵਾਦੀ ਤਾਕਤਾਂ ਪੰਜਾਬ ਦੇ ਅੰਦਰ, ਪੰਜਾਬ ਨੇ ਬਹੁਤ ਮਾੜੇ ਦਿਨ ਦੇਖੇ ਜਿਹੜੇ ਸਾਰੇ ਵਕਤਾਵਾਂ ਨੇ ਗੱਲ ਆਖੀ। ਅਸੀਂ ਜੋ ਕੱਲ ਕਹੀ ਗਈ ਵੀ ਜਿਹੜੇ ਗੈਂਗਸਟਰ ਹੈ ਉਹ ਮੇਨ ਸਟ੍ਰੀਮ 'ਚ ਆ ਜਾਣ, ਸਾਡੇ ਨਾਲ ਰਨ ਪਾਰਟੀ ਜੁਆਇਨ ਕਰਨ। ਮੈਂ ਕਹਿੰਦਾ ਵੀ ਜਿਹੜਾ ਨੌਜਵਾਨ ਦੇਸ਼ ਪੰਜਾਬ ਛੱਡ ਕੇ ਜਾ ਰਹੇ ਉਹਨਾਂ ਨੂੰ ਗੈਂਗਸਟਰ ਬਣਨ ਤੋਂ ਰੋਕੋ। ਨਗਰ ਨਿਗਮ ਕਪੂਰਥਲਾ ਆਪਣੀ ਕਾਰਜਸ਼ੈਲੀ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਚਾਰੇ ਪਾਸੇ ਕੂੜੇ ਦੇ ਢੇਰ ਆਉਣ ਜਾਣ ਵਾਲਿਆਂ ਦਾ ਸਵਾਗਤ ਕਰਦੇ ਹਨ। ਗੱਲ ਕਰਦੇ ਹਾਂ ਵਾਰਡ ਨੰਬਰ 45 ਦੀ, ਜਿੱਥੇ ਦਾ ਸੀਵਰੇਜ ਬੰਦ ਪਿਆ ਤੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਵਾਰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦੀ ਹੀ ਸੀਵਰੇਜ ਨੂੰ ਠੀਕ ਕਰਵਾਇਆ ਜਾਵੇ। ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਕਿ ਸ਼ਹਿਰ ਇੱਥੇ ਵਾਰਡਾਂ ਦਾ ਇੰਨਾ ਮਾੜਾ ਹਾਲ ਹੋਵੇ ਸ਼ਹਿਰ ਕਪੂਰਥਲੇ ਦਾ ਕਿ ਜਿਹੜੀ ਗੰਦਗੀ ਆ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਆ ਇੰਨੀ ਫੈਲ ਚੁੱਕੀ ਹੈ, ਬਹੁਤ ਜ਼ਿਆਦਾ ਫੈਲ ਚੁੱਕੀ ਆ ਕਿ ਜਿਹੜੀ ਆਪਾਂ ਗੱਲ ਕਰੀਏ ਕਿ ਪਿਛਲੇ ਦਿਨੀ ਇੱਕ ਭਗਵੰਤ ਮਾਨ ਜੀ ਨੇ ਇੱਕ ਮੇਰਾ ਵਾਰਡ ਮੇਰਾ ਮਾਨ ਜਿਹੜਾ ਆ ਇੱਕ ਸਕੀਮ ਸ਼ੁਰੂ ਕੀਤੀ ਸੀ। ਉਹਦੇ 'ਚ ਕਿਹਾ ਕਿ ਹਰ ਵਾਰਡ ਦੀ ਸਫਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਅਤੇ ਜਦ ਕਿ ਇੱਥੋਂ ਜਿਹੜਾ ਮੇਰਾ ਵਾਰਡ ਨੰਬਰ 45 ਆ ਆਪਾਂ ਗੱਲ ਕਰ ਲਈਏ ਅਤੇ ਐਸੀ ਵਾਰਡਾਂ ਦੀ ਹਾਲਤ ਕਰੇ ਇੱਕ ਵੀ ਵਾਰਡ ਵਿੱਚ ਕੈਂਪ ਨਹੀਂ ਲੱਗਾ ਉਹਨਾਂ ਦਾ, ਕਿ ਜਿਹੜਾ ਉਹ ਜਨਰਲ ਵਾਰਡਾਂ ਦੇ ਕੈਂਪ ਲੱਗ ਰਹੇ ਆ
ਤੇ ਸਾਡਾ ਵਾਰਡ ਨੰਬਰ 45 ਸੀਵਰੇਜ ਬੰਦ ਆ ਜੀ, ਕਾਫੀ ਦਿਨਾਂ ਤੋਂ ਪਿਆ, 15 ਦਿਨਾਂ ਤੋਂ। ਇੱਥੇ ਜਿਹੜੇ ਠੇਕੇਦਾਰ ਨੇ ਜਿਹੜੀ ਸੜਕ ਵੀ ਬਣਵਾਈ ਆ, ਉਹ ਵੀ ਜਿਹੜੀਆਂ ਸੀਵਰੇਜ ਹੋਦੀਆਂ ਜਿਹੜੀਆਂ ਆ ਉਹ ਨਹੀਂ ਹਾਲੇ ਤੱਕ ਬਣੀਆਂ, ਤੇ ਉਹ ਹੋਦੀਆਂ ਜਿਹੜੇ ਕੰਪਲੀਟ ਨਹੀਂ ਕੀਤੀਆਂ ਗਈਆਂ। ਉਹਦੇ ਵਿੱਚ ਅੱਜ ਵੀ ਜਿਹੜੀ ਆ ਗਾਲ ਇੰਨੀ ਭਰੀ ਹੋਈ ਆ ਕਿ ਲੋਕ ਜਿਹੜੇ ਆ ਮੁਤਾਬਕ ਦੇ ਲੋਕ ਜਿਹੜੇ ਆ ਉਹ ਅੱਜ ਵੀ ਨਰਕ ਵਿੱਚ ਰਹਿਣਾ ਜਿਹੜਾ ਮਜਬੂਰ ਹੋ ਰਹੇ ਆ। ਬਹੁਤ ਮੰਦਾ ਹਾਲ ਆ ਜੀ ਇੱਥੇ। ਨਹੀਂ, ਜੇ ਗੱਲ ਕਰੀਏ ਇੱਥੇ ਆਪਾਂ ਨਗਰ ਨਿਗਮ ਦੀ ਕਿੱਦਾਂ ਭੂਮਿਕਾ ਨਜ਼ਰ ਆਉਂਦੀ ਤੁਹਾਨੂੰ? ਭੂਮਿਕਾ ਨਗਰ ਨਿਗਮ ਦੀ ਬਹੁਤ ਮਾੜੀ ਆ ਜੀ। ਅਸੀਂ ਈਓ ਸਾਹਿਬ ਨੂੰ ਫੋਨ ਕਰਦੇ ਆ ਜੀ, ਜੇ ਸੀਵਰੇਜ ਸਮੱਸਿਆ ਦੀ ਗੱਲ ਕਰਦੇ ਆ, ਫੋਨ ਕਰਦੇ ਆ, ਕੋਈ ਫੋਨ ਨਹੀਂ ਚੱਕ ਰਿਹਾ ਉੱਥੇ, ਨਾ ਸਾਡੀ ਕੋਈ ਗੱਲ ਸੁਣ ਰਿਹਾ। ਤੇ ਅਸੀਂ ਬਾਰ-ਬਾਰ ਕਹਿਣ ਦੇ ਬਾਵਜੂਦ ਕਿ ਲੋਕ ਜਿਹੜੇ ਆ ਇੱਥੇ ਬਿਮਾਰੀਆਂ ਸ਼ਿਕਾਰ ਹੋ ਰਹੇ ਆ, ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਜਾ ਰਿਹਾ। ਸੀਵਰੇਜ ਜਿਹੜਾ ਕਾਫੀ ਦਿਨਾਂ ਤੋਂ ਬੰਦ ਆ, ਉਹ ਖੋਲ੍ਹੋ ਆ ਕੇ, ਕੋਈ ਨਹੀਂ ਆ ਰਿਹਾ ਜੀ ਉੱਥੇ। ਬਾਰ-ਬਾਰ ਜਾ ਕੇ ਵੀ ਉੱਥੇ ਅਸੀਂ ਰਿਕੁਐਸਟ ਕਰਦੇ ਆ ਨਗਰ ਨਿਗਮ ਨੂੰ ਵੀ, ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਕਰਦੇ ਆ, ਪਰ ਨਹੀਂ ਆ ਰਿਹਾ ਜੀ। ਖਬਰ ਹੁਸ਼ਿਆਰਪੁਰ ਦੇ ਮਾਊਂਟ ਕਾਰਮਲ ਸਕੂਲ ਤੋਂ ਹੈ, ਜਿੱਥੇ ਬੀਤੇ ਦਿਨੀ ਵਿਦਿਆਰਥੀਆਂ ਦੀ ਪ੍ਰੀਖਿਆ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਹੱਥਾਂ 'ਚੋਂ ਕੜੇ ਉਤਰਾ ਦਿੱਤੇ ਗਏ। ਜਦੋਂ ਇਸ ਦੀ ਭਿਣਕ ਸਿੱਖ ਜਥੇਬੰਦੀਆਂ ਨੂੰ ਲੱਗੀ ਤਾਂ ਉਹਨਾਂ ਨੇ ਹੰਗਾਮਾ ਖੜਾ ਕਰ ਦਿੱਤਾ। क्यों उतरवाए गए थे? क्योंकि पिछले हर साल जैसे लास्ट एग्ज़ाम का दिन है, उसी दिन बच्चे बहुत लड़ाई झगड़ा करते हैं, ये खड़ा भी यूज़ करते हैं। इसलिए अभी ये कोई धार्मिकता का कुछ, वो धर्म का कुछ नहीं था, रिलीजन का कुछ नहीं था, लेकिन सिस्टर कोशिश कर रहे थे कि अगर बच्चा न लड़े, इसलिए बोला निकालो। वैसे जो बड़ा है और शार्प एज जो खड़ा है वो निकालो, वो बोला था। लेकिन उसके बाद जो जितने बच्चे उसके बाद आया उनको उसी वक्त ही दे दिया, वापस दे दिया। थोड़ा बहुत इधर पड़ा है, वो पेरेंट्स को भी बोल दिया अपने आप आ जाओ, ले जाओ, बस इतना। ਦੇਖੋ ਕੱਲ ਇੱਕ ਘਟਨਾ ਦੀ ਸਾਨੂੰ ਇਹ ਸ਼ਾਮੀ ਜਾਣਕਾਰੀ ਮਿਲੀ ਸੀ ਵੀ ਮਾਊਂਟ ਕਾਰਮਲ ਸਕੂਲ ਜਿਹੜਾ ਇੱਥੇ ਸਾਡੇ ਹੁਸ਼ਿਆਰਪੁਰ ਕੱਕੋਂ 'ਚ ਹੈਗਾ ਆ, ਇੱਥੇ ਕੜੇ ਉਤਾਰਨ ਦੀ ਜਿਹੜੀ ਉਹ ਘਟਨਾ ਸੀਗੀ ਉਹ ਵਾਪਰੀ ਸੀ। ਇਹ ਹੁਣ ਜਦੋਂ ਅਸੀਂ ਅੱਜ ਸਵੇਰੇ ਸਾਰੀਆਂ ਸਿੱਖ ਜਥੇਬੰਦੀਆਂ ਸੀਗੀਆਂ ਇੱਥੇ, ਨਾਲ ਸਾਡੇ ਪ੍ਰਸ਼ਾਸਨ ਸੀਗਾ, ਅਸੀਂ ਸਾਰਾ ਸੌਟ ਆਊਟ ਮਸਲਾ ਕੀਤਾ ਆ। ਤੇ ਜਿਹੜੇ ਇਹ ਸਿਸਟਰ ਜਿਨ੍ਹਾਂ ਦੇ ਉੱਤੇ ਇਹ ਦੋਸ਼ ਸੀਗਾ ਵੀ ਉਹਨਾਂ ਨੇ ਇੱਦਾਂ ਕੜੇ ਉਤਰਾਏ ਆ, ਉਹਨਾਂ ਦੇ ਨਾਲ ਅਸੀਂ ਕਾਫੀ ਲੰਮੇ ਸਮੇਂ ਸਾਰਿਆਂ ਨੇ ਗੱਲਬਾਤ ਕੀਤੀ ਆ। ਤੇ ਉਹਦੇ ਵਿੱਚੋਂ ਸਿੱਟਾ ਇਹ ਨਿਕਲਿਆ ਆ ਵੀ ਉਹਨਾਂ ਨੂੰ ਇਸ ਗੱਲ ਬਾਰੇ ਬਹੁਤੀ ਜਾਣਕਾਰੀ ਨਹੀਂ ਸੀਗੀ, ਮਤਲਬ ਜਿੱਦਾਂ ਵੀ ਇੱਕ ਓਪਰੀ ਜਾਣਕਾਰੀ ਸੀਗੀ। ਇਹ ਜਿਹੜਾ ਇੱਕ ਕੋਈ ਮਿੱਥ ਕੇ ਕੀਤੀ ਗੱਲ ਨਹੀਂ ਸੀ ਵੀ ਉਹਨਾਂ ਨੇ ਕੋਈ ਮਤਲਬ ਉਹ ਮਿੱਥ ਕੇ ਕੜੇ ਲਹਾਏ ਹੋਣ ਵੀ ਇਹ ਸਿੱਖ ਆ, ਇਹਨਾਂ ਦੇ ਕੜੇ ਲਹਾ ਲਓ। ਤੇ ਇਸ ਕਰਕੇ ਫਿਰ ਅਸੀਂ ਇਹ ਸਾਰਾ ਮਸਲਾ ਜਿਹੜਾ ਉਹ ਮਤਲਬ ਜਦੋਂ ਇਹ ਸਾਰਿਆਂ ਨੇ ਅਸੀਂ ਮਿਲ ਬੈਠ ਕੇ ਵਾਚਿਆ ਆ, ਤੇ ਉਹਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਇਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਆ ਤੇ ਮੈਂ ਜਿਹੜੀ ਉਹ ਮਾਫੀ ਮੰਗਦੀ ਆ, ਉਹਨੂੰ ਰਿਟਰਨ ਕੀਤਾ ਗਿਆ ਆ। ਪਰ ਉਤਰਵਾਏ ਕਿਉਂ ਗਏ ਸੀ, ਕੀ ਕਾਰਨ ਦੱਸਿਆ ਗਿਆ ਉਹਨਾਂ? ਜਿਹੜੀ ਇਹ ਇੱਥੇ ਕਾਰਨ ਦੱਸਿਆ ਗਿਆ ਸੀਗਾ ਨਾ, ਉਹ ਫਾਦਰ ਸਾਹਿਬ ਦੱਸ ਦਿੰਦੇ। ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਫਿਰੋਜ਼ਪੁਰ ਵਿੱਚ ਵੀ ਕੁਝ ਅਜਿਹਾ ਆਲਮ ਦੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਨੇ ਲੁਧਿਆਣਾ ਫਿਰੋਜ਼ਪੁਰ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ। ਤੁਸੀਂ ਇਹ ਧਰਨਾ ਲਾ ਰਹੇ 7 ਨੰਬਰ ਚੁੰਗੀ ਦੇ, ਕਿਸ ਗੱਲੋਂ ਲਾ ਰਹੇ? देखो जी, ਅਸੀਂ ਧਰਨਾ ਲਾਇਆ ਨਹੀਂ, ਸਰਕਾਰ ਨੇ ਮਜਬੂਰਨ ਸਾਡੇ ਤੋਂ ਧਰਨਾ ਲਵਾਇਆ ਹੈ। ਸਾਡਾ ਸ਼ੌਕ ਨਹੀਂ ਹੈ ਧਰਨਾ ਲਾਉਣਾ, ਸਾਡਾ ਸ਼ੌਕ ਨਹੀਂ ਆਪਣੇ ਕੰਮ ਛੱਡ ਕੇ ਧੁੱਪੇ ਸੜਕਾਂ ਤੇ ਬੈਠਣਾ। ਲੋਕਾਂ ਨੂੰ ਜਿਹੜਾ ਲਿਆ ਕੇ ਧਰਨੇ ਵਿੱਚ ਲੋਕ ਜਿਹੜੇ ਆਪਦੇ ਕੰਮ ਕਰਕੇ ਕੋਈ ਏਡੇ ਵਿਹਲੇ ਨਹੀਂ ਹੈਗੇ, ਸਾਨੂੰ ਸਰਕਾਰ ਨੇ ਮਜਬੂਰ ਲਵਾਇਆ। ਸਾਡੀਆਂ ਦੋ ਮੰਗਾਂ ਨੇ ਫਿਰੋਜ਼ਪੁਰ ਦੀਆਂ। ਇੱਕ ਤਾਂ 2007 ਦੀ ਪਾਲਿਸੀ ਤਹਿਤ 70,000 ਲਗਭਗ ਕਿੱਲਾ ਮਾਲਕੀ ਹੋਇਆ ਸੀ ਕਿਸਾਨਾਂ ਨਾਲ, ਜਿਹੜਾ ਸਰਕਾਰ ਨੇ ਤੋੜ ਰੱਖਿਆ। ਉਹ 7 ਜ਼ਿਲ੍ਹਿਆਂ ਦਾ 70,000 ਕਿੱਲਾ ਜਿਹੜਾ ਉਹ ਵਾਪਸ ਦੇਵੇ ਕਿਸਾਨਾਂ ਨੂੰ। ਜਿਹੜਾ ਦੂਸਰਾ ਹੈ ਇਹ ਹੈਡੋਪਾਰ ਦੇ ਲਗਭਗ 35 ਪਿੰਡ ਸ਼ਹਿਰੀ ਏਰੀਏ ਦੇ ਨਾਲ ਦੇ, ਇਹਨਾਂ ਨੂੰ ਨੋਟਿਸ ਕੱਢਣੇ ਚਾਲੂ ਕਰਤੇ ਕਿ ਭਈ ਆਪਦੀ ਜਿਹੜੀ ਹੈ ਲਗਭਗ 37,000 ਕਿੱਲਾ ਜ਼ਮੀਨ ਹੈ ਵਿਹਲੀ ਕਰੋ। ਵਿਹਲੀ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਆਪਦੇ ਤੁਸੀਂ ਪਿੰਡ ਵਸਾਏ ਹੋਏ ਵਿੱਚ ਵਿਹਲੇ ਕਰੋ ਤੇ ਆਪਦਾ ਜਿੱਥੇ ਮਰਜ਼ੀ ਜਾਓ। ਤੈਨੂੰ ਇਸ ਕੰਮ ਕਰਨ ਲਈ ਵੋਟਾਂ ਨਹੀਂ ਪਾਈਆਂ ਸੀ ਲੋਕਾਂ ਨੇ ਕਿ ਤੂੰ ਲੋਕਾਂ ਦੇ ਹੁਕਮ ਜਾਰੀ ਕਰੇ। ਜਨਤਾ ਵੱਡੀ ਆ, ਤੂੰ ਵੱਡਾ ਨਹੀਂ ਹੈ। ਜੇ ਜਨਤਾ ਉਹਨਾਂ ਨੂੰ ਭਜਾ ਸਕਦੀ 70 ਸਾਲ ਵਾਲਿਆਂ ਨੂੰ, ਤਾਂ ਤੂੰ ਕਿਹੜੇ ਬਾਤ ਦੀ ਮੋੜੀ ਆ? ਜ਼ਰੂਰ ਤੈਨੂੰ ਵੀ ਧਰਨਾ ਲਾਣਾ ਕਿਸ ਗੱਲੋਂ ਲਾਣਾ ਜੀ? ਅਸੀਂ ਜੀ ਜਿਹੜਾ ਧਰਨਾ ਲਾ ਰਹੇ ਹਾਂ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ, ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਡੇ ਸੂਬਾ ਪ੍ਰਧਾਨ, ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੂਰਬੀ ਦਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਇਕਬਾਲ ਸਿੰਘ ਸੱਪਾਂ ਵਾਲੀ। ਇਹ ਜਿਹੜਾ ਧਰਨਾ ਲੱਗ ਰਿਹਾ ਜੀ, ਇੱਕ ਤਾਂ ਪਰਾਲੀ ਦੇ ਮੁੱਦੇ ਦੇ ਉੱਤੇ ਲੱਗ ਰਿਹਾ ਜੀ। ਜੋ ਸਰਕਾਰ ਕਹਿੰਦੀ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਵਾਂਗੇ। ਇੱਕ ਸਾਡੇ ਨਾਲ ਮੂੰਗੀ ਤੇ MSP ਦੀ ਗਰੰਟੀ ਕੀਤੀ ਸੀ, ਉਹਦੇ ਸੰਬੰਧ 'ਚ ਆ ਜੀ ਉਹ
ਸਾਨੂੰ MSP ਦੀ ਗਰੰਟੀ ਪੂਰਾ ਮੁੱਲ ਨਹੀਂ ਦਿੱਤਾ ਗਿਆ। ਇੱਕ ਜਿਹੜਾ DSR ਨਾਲ ਬਿਜਾਈ ਕੀਤੀ ਸੀ ਸਿੱਧੀ ਝੋਨੇ ਦੀ, ਉਹਦਾ 1500 ਰੁਪਈਆ ਕਿੱਲੇ ਦਾ ਦੇਣਾ ਸੀ, ਸਰਕਾਰ ਨੇ ਕੀਤਾ, ਉਹ ਨਹੀਂ ਦਿੱਤਾ ਜੀ। ਅੱਜ ਸਾਰੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀ 35 ਪਿੰਡਾਂ ਦੇ ਵਿੱਚ ਜਿਹੜਾ ਉਹਨਾਂ ਨੇ ਜ਼ਮੀਨ ਖਾਲੀ ਕਰਨ ਨੂੰ ਕਿਹਾ ਤਾਂ ਤੁਹਾਨੂੰ? ਹਾਂਜੀ, ਜੋ 35 ਪਿੰਡਾਂ ਨੂੰ ਇਹਨਾਂ ਨੇ ਨੋਟਿਸ ਕੱਢੇ ਆ ਕਿ ਇਹ ਜ਼ਮੀਨ ਖਾਲੀ ਕੀਤੀ ਜਾਵੇ, ਉਹਦੇ ਸੰਬੰਧ ਵਿੱਚ ਵੀ ਇਹ ਧਰਨਾ ਚੱਲ ਰਿਹਾ ਜੀ। ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਧਰਨਾ ਤੁਹਾਡਾ? ਇਹ ਜੀ ਅਣਮਿੱਥੇ ਸਮੇਂ ਲਈ, ਜਿੰਨਾ ਚਿਰ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰੂਗੀ, ਇਹ ਅਣਮਿੱਥੇ ਸਮੇਂ ਲਈ ਧਰਨਾ ਚੱਲੂਗਾ। ਜੇ ਅੱਜ ਨਹੀਂ ਕਰਦੀ ਫਿਰ ਕੀ ਕਰੋਗੇ? ਬਿਲਕੁਲ ਨਿਰੰਤਰ ਚੱਲੂਗਾ, ਦਿਨ ਰਾਤ। ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਨੇ ਇਸ ਮੀਟਿੰਗ ਵਿੱਚ ਨਾ ਜਾ ਕੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਮੈਂਬਰ ਅੰਤਰਿੰਗ ਕਮੇਟੀ ਜਸਵੰਤ ਸਿੰਘ ਪੜੈਣ, ਮੈਂਬਰ ਹਲਕਾ ਦਾਖਾ ਸਿੱਧਵਾਂ ਬੇਟ ਸਰਬੰਸ ਸਿੰਘ ਮਾਈਕਾ ਹਲਕਾ ਸਮਰਾਲਾ ਆਪਣਾ ਪੱਖ ਸੰਗਤਾਂ ਦੇ ਸਾਹਮਣੇ ਰੱਖਦਿਆਂ ਇਸ ਮੀਟਿੰਗ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਹੈ। ਉਹਨਾਂ ਕਿਹਾ ਹੈ ਕਿ ਹਰਿਆਣਾ ਕਮੇਟੀ ਮਾਮਲੇ ਤੇ ਅੱਜ ਅਕਾਲੀ ਦਲ ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੋਂ ਹੋ ਰਹੇ ਇਜਲਾਸ ਵਿੱਚ ਅਸੀਂ ਹਾਜ਼ਰ ਨਹੀਂ ਹੋਵਾਂਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਟੁੱਟਣ ਦਾ ਅਫਸੋਸ ਹਰਿਆਣਾ ਦੇ ਸਿੱਖਾਂ ਨੂੰ ਅਣਗੌਲਿਆਂ ਕਾਰਨ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਨੂੰ ਪੈਦਾ ਨਾ ਹੋਣ ਦੇਣ ਦਾ ਨਤੀਜਾ ਹੈ। ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਜਸਵੰਤ ਸਿੰਘ ਪੜੈਣ, ਸਰਦਾਰ ਸਰਬੰਸ ਸਿੰਘ ਮਾਨਕੀ, ਇਸ ਵਕਤ ਜਿਹੜੀ ਅਸੀਂ ਖਾਲਸਾ ਜੀ ਤੁਹਾਡੇ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬੈਠਿਆਂ ਨਾਲ ਗੱਲ ਸਾਂਝੀ ਕਰਨ ਲੱਗੇ ਹਾਂ, ਉਹ ਇਹ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਬੁਲਾਇਆ ਗਿਆ, ਪਰ ਉਸ ਜਨਰਲ ਹਾਊਸ ਦੇ ਵਿੱਚ ਅਸੀਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪੰਥਕ ਹਿੱਤਾਂ ਦੀ ਜ਼ੋਰ ਸ਼ੋਰ ਨਾਲ ਗੱਲ ਕਰਨ ਵਾਲੇ ਹਾਂ, ਚਾਹੇ ਹਰਿਆਣੇ ਤੱਕ ਬੈਠੇ ਹਾਂ, ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਮੀਟਿੰਗ, ਇਸ ਅਜਲਾਸ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਉਹਦਾ ਇੱਕੋ ਕਾਰਨ ਹੈ ਕਿ ਅੱਜ ਦਾ ਜਿਹੜਾ ਇਸ ਮੀਟਿੰਗ ਦਾ ਏਜੰਡਾ ਹੈ, ਇਹ ਇੱਕ ਸਿਆਸੀ ਏਜੰਡਾ, ਸਿਆਸੀ ਤੌਰ ਤੇ ਫੇਲ ਹੋ ਚੁੱਕੇ ਵਿਅਕਤੀ ਨੂੰ ਉਭਾਰਨ ਦਾ ਏਜੰਡਾ। ਆਪਣੀ ਇੱਕ ਚੁਟਾਲਾ ਪਰਿਵਾਰ ਦੇ ਨਾਲ ਜਿਹੜੀ ਹੈ ਯਾਰੀ ਨੂੰ ਪਗਾਉਣ ਵਾਸਤੇ ਉੱਥੇ ਸਿੱਖਾਂ ਦਾ ਜਿਹੜਾ ਮੁੱਲ ਜਿਹੜਾ ਅਕਾਲੀ ਦਲ ਇੱਥੋਂ ਜਿਹੜਾ ਵੱਟਦਾ ਰਿਹਾ, ਤੇ ਉਹਦਾ ਆਹ ਨਤੀਜਾ ਜਿਹੜਾ ਅਸੀਂ ਦੇਖ ਰਹੇ ਹਾਂ, ਤੇ ਉਹ ਸਿੱਖਾਂ ਦੇ ਵਿੱਚ ਇੱਕ ਬੇਚੈਨੀ ਪਾਏਗੀ ਤੇ ਉਹਨਾਂ ਦੀ ਇਹ ਡਿਮਾਂਡ ਉੱਠੀ। ਉਸ ਤੋਂ ਵੀ ਜੇ ਅਸੀਂ ਅੱਗੇ ਜਾਈਏ ਤਾਂ ਜਿਸ ਤਰ੍ਹਾਂ ਅੱਜ ਜਨਰਲ ਹਾਊਸ ਹੋ ਰਿਹਾ, ਸਾਡਾ ਇਹ ਪੁੱਛਣਾ ਸ਼੍ਰੋਮਣੀ ਕਮੇਟੀ ਨੂੰ, ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਰਹਿ ਚੁੱਕੇ ਨੇ, ਜਿੰਨਾ ਵੀ ਪ੍ਰਬੰਧ ਰਹਿ ਚੁੱਕਿਆ, ਇੰਨੇ ਸਾਲਾਂ ਦੇ ਵਿੱਚ ਤੁਸੀਂ ਹਰਿਆਣੇ ਦੇ ਸਿੱਖਾਂ ਨੂੰ ਬੁਲਾ ਕੇ ਇੱਥੇ ਜਨਰਲ ਇਜਲਾਸ ਕਿਉਂ ਨਹੀਂ ਕੀਤਾ? ਉਹਨਾਂ ਦੀਆਂ ਮੁਸ਼ਕਲਾਂ ਕਿਉਂ ਨਹੀਂ ਪੁੱਛੀਆਂ ਕਿ ਤੁਹਾਡੀ ਮੁਸ਼ਕਲ ਕੀ ਆ? ਉਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਸਾਡੇ ਜੇ ਇਹ ਕਮੇਟੀ ਬਣਦੀ ਆ ਇਹ ਨੁਕਸਾਨ ਆ? ਸੋ ਇਸ ਲਈ ਨਾ ਪੈਰਵਾਈ ਜਦੋਂ ਕੋਰਟ ਕੇਸ ਸੀ ਉਦੋਂ ਹੋਈ, ਤੇ ਹੁਣ ਦੇਖੋ ਕਿੱਡੀ ਹਾਸੋਹੀਣੀ ਗੱਲ ਆ। ਤੇ ਇਹ ਕਿਹਾ ਜਾ ਰਿਹਾ ਜੀ ਕਿ ਅਸੀਂ ਸ਼੍ਰੋਮਣੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਮੰਨਦੇ ਨਹੀਂ, ਪਰ ਦੂਜੇ ਪਾਸੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਹੀ ਜਿਹੜੀ ਆ ਪਟੀਸ਼ਨ ਜਿਹੜੀ ਆ ਉਹ ਦਾਖਲ ਕਰਨੀ ਹੈ। ਸੋ ਇਸ ਕਰਕੇ ਕੋਈ ਏਜੰਡਾ ਜਿਹੜਾ ਉਹ ਸਿੱਧਾ ਨਾ ਹੋਣ ਕਰਕੇ ਔਰ ਇਹਦੇ ਵਿੱਚ ਜਿਹੜਾ ਸਿਆਸੀ ਬੂ ਜਿਹੜੀ ਉਹ ਆ ਰਹੀ ਹੈ, ਤਾਂ ਅਸੀਂ ਸਾਰਿਆਂ ਨੇ ਇਹ ਇਕਮਤ ਹੋ ਕੇ ਫੈਸਲਾ ਕੀਤਾ ਕਿ ਇਹਦੇ ਵਿੱਚ ਅਸੀਂ ਅੱਜ ਖਰੜ ਦੇ ਮੈਕਸੀਮੇਰੀ ਸਕੂਲ ਵਿੱਚ ਬੱਚਿਆਂ ਨੇ ਗਾਂਧੀ ਜਯੰਤੀ ਦੇ ਸ਼ੁਭ ਅਵਸਰ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਖਾਸ ਮੌਕੇ ਤੇ ਬੱਚਿਆਂ ਨੇ ਬਾਪੂ ਗਾਂਧੀ ਜੀ ਦੀ ਜੀਵਨੀ ਬਾਰੇ ਕਵਿਤਾਵਾਂ ਤੇ ਭਾਸ਼ਣਾਂ ਰਾਹੀਂ ਰੋਸ਼ਨੀ ਪਾਈ। ਇਸ ਦੇ ਨਾਲ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਿਮਰਨ ਅਰੋੜਾ ਵੱਲੋਂ ਬੱਚਿਆਂ ਨੂੰ ਗਾਂਧੀ ਜੀ ਬਾਰੇ ਸਵਾਲ ਜਵਾਬ ਵੀ ਕੀਤੇ ਗਏ। ਉਹਨਾਂ ਕਿਹਾ ਕਿ ਸਾਨੂੰ ਅੱਜ ਲੋੜ ਹੈ ਉਹਨਾਂ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਦੀ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਬਾਪੂ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਸੀ। महात्मा है गांधी जी, साबरमती के संत भी कहलाते हैं गांधी जी। बिना शस्त्र उठाए देश को आज़ादी दी, हिंसा के राह पर चले से गांधी जी। राष्ट्रपिता है गांधी जी, महात्मा है गांधी जी, साबरमती के संत भी कहलाते हैं गांधी जी। बिना शस्त्र उठाए देश को आज़ादी दी, हिंसा के राह पर चले से गांधी जी। हैप्पी गांधी जयंती। In today's assembly, as you all know that today we are here to celebrate Mahatma Gandhi's 152th birth anniversary. Mohandas Karamchand Gandhi, popularly known as Mahatma Gandhi. He was born on 2nd October 1869 in Gujarat's small city of Porbandar. His ethical felicity have all merged into him to form greatest leader of all times, whose guidance even after so many years of his death is still so tropical. To start with a good thought, we need to have a good thought.
Let's call Lakshita of class 9th for thought of the day. सुप्रभात, मेरा नाम लक्षिता है। मैं कक्षा 9वीं की छात्रा हूँ। आज का विचार है, जो बदलाव तुम दुनिया में चाहते हो वह बदलाव आपको अपने अंदर लाना चाहिए। मैं दोहराती हूँ, जो बदलाव आपको दुनिया में लाना चाहिए, जो बदलाव आप दुनिया से चाहते हो वह बदलाव आपको अपने अंदर लाना चाहिए। धन्यवाद। पहले वह आप पर ध्यान नहीं देंगे, फिर आप पर हंसेंगे, फिर आपसे लड़ेंगे और तब आप जीत जाएंगे। Now I would like to call Siddhika of class 10th for Hindi speech. गांधी जी का पूरी दुनिया में सम्मान है। गांधी जी का पूरी दुनिया में सम्मान है। गांधी जी भारत की आन बान शान है। माननीय प्रधानाचार्य, अध्यापकगण तथा मेरे प्यारे साथियों, गांधी जयंती की आप सभी को हार्दिक शुभकामनाएं। मैं सिद्धिका कक्षा 10वीं की छात्रा गांधी जयंती के इस शुभ अवसर पर अपने विचार व्यक्त करना चाहूँगी। जब हम राष्ट्रीय एकता की बात करते हैं तो सबसे पहले उस व्यक्ति की बात करना चाहूँगी जिसका हमारी आज़ादी के साथ साथ हमारे समाज के जाति वर्ग और लिंग के आधार पर भेदभाव जैसी कई कुरीतियों को उखाड़ फेंकने में सबसे बड़ा योगदान था। वह और कोई नहीं बल्कि हमारे राष्ट्रपिता महात्मा गांधी ही थे, जिन्होंने भारत के कई स्वतंत्रता संघर्ष आंदोलनों में सफलता पूर्वक अपनी भूमिका निभाई। उन्होंने लाखों लोगों को अंग्रेजों के खिलाफ आज़ादी की लड़ाई में भाग लेने में प्रेरित किया। उनके द्वारा बहुत महत्वपूर्ण आंदोलन चलाए गए, जैसे कि भारत छोड़ो आंदोलन। ब्रिटिश आर्मी को उखाड़ फेंकने के लिए महात्मा गांधी ने ऐतिहासिक भारत छोड़ो आंदोलन का अवग्रहण किया। अपने इस आंदोलन में भी उन्होंने सत्य और अहिंसा को आधार बनाया। दांडी यात्रा, यह गांधी जी की अंग्रेजों के खिलाफ किया गया सबसे लोकप्रिय आंदोलन था। यह आंदोलन अंग्रेजों द्वारा हमारे देश पर नमक पर लगाए गए कर को हटाने के लिए था। गांधी जी ने नेतृत्व में 12 मार्च से लेकर 6 अप्रैल 1930 तक चला, जिसमें उन्होंने समर्थकों के साथ अहमदाबाद से लेकर गुजरात में ही स्थित दांडी तक 300 किलोमीटर की पैदल यात्रा की और दांडी पहुंचकर उन्होंने खुद से नमक बनाकर यह कानून का विरोध किया। दलितों और अछूतों के लिए संघर्ष, वह 8 मई का दिन था जब गांधी जी स्वशुद्धि के लिए 21 दिन की भूख हड़ताल पर चले गए थे और उन्होंने हरिजन नाम से संबोधित किया गया था। असहयोग आंदोलन, भला असहयोग आंदोलन के बारे में कौन नहीं जानता। यह गांधी जी द्वारा किए प्रसिद्ध आंदोलनों में से एक है। गांधी जी लोगों के सामने एक महान नायक के रूप में प्रस्तुत हुए। खिलाफत आंदोलन, गांधी जी ने अंग्रेजों द्वारा खलीफा को हटाए जाने के विरोध में मुस्लिमों के समर्थन करते हुए सन 1919 में खिलाफत आंदोलन की घोषणा की, जिससे वह मुस्लिमों के बीच भी काफ़ी प्रसिद्ध हुए। उनके विचारों और त्याग सिर्फ हमें ही नहीं अपितु पूरे विश्व को यह बताने का कार्य करते हैं कि हमारे बापू कितने विनम्र और सहनशील थे। उम्मीद करती हूँ कि आपको मेरे विचार पसंद आए होंगे और महात्मा गांधी के यह विचार आपके जीवन में प्रेरणा और स्रोत बनेंगे। गांधी जी के विचारों की दिल में जलेगी मशाल, गांधी जी के विचारों की दिल में जलेगी मशाल, तभी तो भारत के भविष्य का बदलेगा हाल। धन्यवाद। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।